ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੱਜ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਜੀ ਤੁਸੀਂ। ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਟਾਣਾ ਸਾਹਿਬ, ਜਿਸ ਵੇਲੇ ਆਪਾਂ ਪ੍ਰੋਗਰਾਮ ਦੀ ਸਾਂਝ ਪਾ ਰਹੇ ਹਾਂ ਨਾ, ਬਾਹਰ ਕਾਲੀਆਂ ਕਾਲੀਆਂ ਕਨਘੋਰ ਘਟਾਵਾਂ ਛਾਈਆਂ ਹੋਈਆਂ। ਬਿਲਕੁਲ ਸਹੀ ਗੱਲ ਹੈ ਤੇ ਪੂਰੀ ਆਸ ਹੈ ਕਿ ਮੀਂਹ ਪਏਗਾ, ਪਰ ਹਰ ਰੋਜ਼ ਇਹ ਘਟਾਵਾਂ ਜਿਹੜੀਆਂ ਨੇ ਨਾ, ਇਹ ਥੋੜਾ ਜਿਹਾ ਜਾਦੂ ਜਿਹਾ ਦਿਖਾ ਜਾਂਦੀਆਂ ਨੇ। ਕਿਤੇ ਵਰ ਜਾਂਦੀਆਂ ਨੇ, ਕਿਤੇ ਰਹਿ ਜਾਂਦੀਆਂ ਨੇ। ਬੰਦਾ ਦੇਖਦਾ ਹੈ ਕਿ ਲੈ ਵੀ ਬੱਦਲ ਆ ਗਏ ਤਾਂ ਮੀਂਹ ਪਊਗਾ ਹੀ ਪਊਗਾ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਜਲੰਧਰ ਦੇ ਵਿੱਚ ਮੀਂਹ ਪੈ ਗਿਆ ਜੀ। ਪਿਛਲੇ 12 ਘੰਟਿਆਂ ਦੇ ਵਿੱਚ ਕਾਫੀ ਮੀਂਹ ਜਲੰਧਰ ਦੇ ਵਿੱਚ ਪਿਆ। ਸਾਡੇ ਪਿੰਡ ਨਹੀਂ ਪਿਆ। ਮੇਰੀ ਗੱਲ ਪੂਰੀ ਨਹੀਂ ਹੋਈ। ਆਦਤਾਂ ਬਦਲੋ ਜੀ। ਜਿਵੇਂ ਜਿਵੇਂ ਬੰਦਾ ਉਮਰ ਦੀਆਂ ਪੌੜੀਆਂ ਚੜੇ, ਉਹਨੂੰ ਆਪਣੀਆਂ ਆਦਤਾਂ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਚਾਹੀਦੀ। ਚੁੱਪ। ਗੱਲ ਇਹ ਹੈ ਕਿ ਹੁਣ ਮੀਂਹ ਆ ਜਿਹੜਾ ਜਲੰਧਰ ਦੇ ਵਿੱਚ ਵੀ ਪੈ ਗਿਆ, ਪਰ ਕਈ ਲੋਕ ਬੰਦ ਕਮਰੇ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ, ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਮੌਸਮ ਕਿਵੇਂ ਕਰਵਟ ਬਦਲ ਰਿਹਾ। ਬੋਲਣਾ ਨਹੀਂਗਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜੋ ਪੰਜਾਬ ਦੇ ਵਿੱਚ ਹਾਲਾਤ ਆ, ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 48 ਘੰਟਿਆਂ ਦੇ ਵਿੱਚ, ਯਾਨੀ ਕਿ 12 ਤਰੀਕ ਤੱਕ ਆਥਣ ਤੱਕ ਪੰਜਾਬ ਦੇ ਵਿੱਚ ਮੀਂਹ ਪੈਂਦਾ ਰਹਿਣਾ। ਕਿਸੇ ਥਾਂ ਦੇ ਉੱਤੇ ਬਦਲੀ ਛਮਛਮ ਕਰਕੇ ਵਰਨੀ ਆ, ਕਈ ਥਾਵਾਂ ਦੇ ਉੱਤੇ ਕਿਣਮਣ 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 ਹੋਣੀ ਆ। ਪਰ ਉਹ ਕਹਿੰਦੇ ਵੀ 13 ਤਰੀਕ ਤੋਂ ਬਾਅਦ ਫਿਰ ਚਿਪਚਿਪਾ ਮੌਸਮ, ਉਹੀ ਪੜਾਸ, ਉਹੀ ਗਰਮੀ। ਬਸ ਆ 2 ਦਿਨ ਨਜ਼ਾਰੇ ਲੁੱਟ ਲਓ। ਸਾਡੇ ਪਿੰਡ ਮੀਂਹ ਨਹੀਂ ਪਿਆ ਟਾਣਾ ਸਾਹਿਬ। ਅੱਛਾ। ਹੋਰ ਕਿਤੇ ਜਲੰਧਰ ਚ ਕਈ ਥਾਵਾਂ ਤੇ ਮੀਂਹ ਜ਼ਰੂਰ ਪਿਆ, ਪੂਰੇ ਜਲੰਧਰ ਚ ਮੀਂਹ ਨਹੀਂ ਪਿਆ। ਤੁਹਾਡੀ ਖਬਰ ਗਲਤ ਹੈ। ਅੱਛਾ ਜੀ, ਤੁਹਾਡੇ ਪਿੰਡ ਵਾਲੇ ਬੰਨੇ ਮੀਂਹ ਪੈ ਗਿਆ, ਮੈਨੂੰ ਪਤਾ ਹੈ। ਮੇਰੀ ਖਬਰ ਸਹੀ ਵੀ ਹੁੰਦੀ, ਨਾ ਪਕੌੜੇ ਮਿਲਣੇ, ਨਾ ਪੂੜੇ ਮਿਲਣੇ, ਨਾ ਖੀਰ ਮਿਲਣੀ। ਜਦੋਂ ਬੰਦੇ ਨੇ ਕੀ ਕਵਾਂ ਤੇ ਕੀ ਨਾ ਕਵਾਂ, ਸਾਡੇ ਪਿੰਡ ਮੀਂਹ ਨਹੀਂ ਪਵਾ ਰਹੇ। ਸਤਿਕਾਰ ਦੀ ਭਾਵਨਾ ਕਰਕੇ ਨਾ ਮੈਂ ਉਹ ਸ਼ਬਦ ਮੂੰਹ ਦੇ ਵਿੱਚੋਂ ਕੱਢਦਾ ਨਹੀਂ ਜਿਹੜਾ ਕਿ ਲਾਂਤਨੁਮਾ ਹੁੰਦਾ। ਪਰ ਮੇਰਾ ਜੀ ਕਰਦਾ ਵੀ ਮੈਂ ਤੁਹਾਨੂੰ ਇਹ ਉਲਾਂਭਾ ਦੇਵਾਂ ਕਿ ਜੋ ਵਾਅਦਾ ਕੀਤਾ ਸੀ ਦਰਸ਼ਕਾਂ ਦੇ ਮੂਹਰੇ ਬੈਠ ਕੇ, ਵਾਅਦਾ ਇਹ ਸੀ ਕਿ ਜਿਸ ਦਿਨ ਤੁਸੀਂ ਮੈਨੂੰ ਕਿਹਾ ਸੀ ਵੀ 3 ਦਿਨ ਲਗਾਤਾਰ ਮੀਂਹ ਪੈਣਾ, 3 ਦਿਨ ਲਗਾਤਾਰ ਨਹੀਂ ਪੈਣਾ। ਮੈਂ ਕਿਹਾ ਸੀ ਵੀ 3 ਦਿਨਾਂ ਦੇ ਵਿੱਚ ਵਿੱਚ ਪੈਣਾ। ਚਲੋ ਤਾਂ ਵੀ ਉਹ ਵੀ ਮੰਨ ਲਿਆ। ਤੁਸੀਂ ਕਿਹਾ ਸੀ 3 ਦਿਨਾਂ ਦੇ ਵਿੱਚ ਵਿੱਚ ਮੀਂਹ ਪੈਣਾ, ਤੇ ਮੈਂ ਕਿਹਾ ਸੀ ਵੀ ਜੇ 3 ਦਿਨਾਂ ਦੇ ਵਿੱਚ ਵਿੱਚ ਮੀਂਹ ਪੈ ਗਿਆ ਤਾਂ ਪਕੌੜੇ ਮੈਂ ਖਵਾਉਂਗੀ, ਜੇ ਨਾ ਪਿਆ ਤਾਂ ਖੀਰ ਪੂੜੇ ਤੁਸੀਂ ਖਵਾਉਣੇ ਨੇ। ਇਹੀ ਗੱਲ ਹੋਈ ਸੀ। ਪਰ ਉਹ 3 ਦਿਨਾਂ ਦੇ ਵਿੱਚ ਵਿੱਚ ਮੀਂਹ ਬਿਲਕੁਲ ਨਹੀਂ ਪਿਆ। ਦੇਖੋ, ਜਦੋਂ ਬੰਦਾ ਨਾ ਮਰੇ ਤੇ ਮੁਕਰੇ ਦਾ ਹੱਲ ਹੀ ਕੋਈ ਨਹੀਂਗਾ। ਸਿਆਣੇ ਐਵੇਂ ਨਹੀਂ ਕਹਿ ਗਏ। ਸਭ ਨੂੰ ਪਤਾ ਵੀ ਉਹਨਾਂ 3 ਦਿਨਾਂ ਦੇ ਵਿੱਚ ਮੀਂਹ ਪੈ ਗਿਆ ਸੀਗਾ, ਆਖਰੀ ਦਿਨ ਮੀਂਹ ਪਿਆ ਸੀਗਾ। ਪਰ ਆਪਾਂ ਸਿਰਫ ਤੇ ਸਿਰਫ ਪਕੌੜਿਆਂ ਤੇ ਪ੍ਰੋਗਰਾਮ ਨਹੀਂ ਕਰਨਾ ਏ। ਬੋਲਣਾ ਨਹੀਂ ਨਾ। ਇਹ ਆਪਾਂ ਪਕੌੜਿਆਂ ਦੇ ਉੱਤੇ ਤੇ ਪੂੜਿਆਂ ਦੇ ਉੱਤੇ ਪ੍ਰੋਗਰਾਮ ਨਹੀਂ ਕਰਨਾ ਏ। ਕੋਈ ਗੱਲ ਨਹੀਂ। ਅੱਗੇ ਕਿਹੜਾ ਮੈਂ ਪਕੌੜੇ ਖਾਂਦਾ ਹੀ ਏਡਾ ਹੋਇਆ। ਜਿਹਨੇ ਖਵਾਉਣੇ ਆ ਸੱਜਣਾ ਬੇਲੀਆਂ ਨੇ ਖਵਾ ਹੀ ਦੇਣੇ ਆ। ਜਿਨ੍ਹਾਂ ਨੂੰ ਇਹ ਲੱਗਦਾ ਵੀ ਟੇੜੇ ਨੂੰ ਚੰਗੇ ਲੱਗਦੇ ਆ ਇਹ ਪੂੜੇ ਤੇ ਖੀਰ, ਉਹਨਾਂ ਨੇ ਭੇਜ ਹੀ ਦੇਣੀ ਆ। ਕੋਈ ਚੱਕਰ ਨਹੀਂ। ਹੁਣ ਮੈਂ ਚੱਲਦਾ ਚੱਜ ਦੇ ਵਿਚਾਰ ਦੇ ਵੱਲ। ਚੱਜ ਦਾ ਵਿਚਾਰ ਅਸਲ ਦੇ ਵਿੱਚ ਇਹ ਹੈ ਕਿ ਕਦੇ ਵੀ ਨਾ ਜ਼ਿੰਦਗੀ ਦੇ ਵਿੱਚ ਤੁਸੀਂ ਪਰੇਡ ਹੁੰਦੀ ਵੇਖਿਓ। ਜਦੋਂ ਕਹਿ ਜਾਂਦਾ ਪਿੱਛੇ ਮੁੜ, ਤੇ ਨਾਲ ਦੀ ਨਾਲ ਜਿਹੜਾ ਪਿਛਲਾ ਬੰਦਾ ਉਹ ਮੂਹਰੇ ਆ ਜਾਂਦਾ ਤੇ ਮੂਹਰੇ ਵਾਲਾ ਬੰਦਾ ਜਿਹੜਾ ਉਹ ਪਿੱਛੇ ਚਲਾ ਜਾਂਦਾ 1 ਮਿੰਟ ਸਕਿੰਟ ਦੇ ਵਿੱਚ। ਇਹਦਾ ਅਰਥ ਕੀ ਨਿਕਲਿਆ ਵੀ ਜ਼ਿੰਦਗੀ ਦੇ ਵਿੱਚ ਕਦੇ ਵੀ ਅੱਗੇ ਹੋਣ ਦਾ ਹੰਕਾਰ ਨਹੀਂ ਕਰਨਾ ਤੇ ਪਿੱਛੇ ਰਹਿ ਜਾਣ ਦਾ ਗਮ ਨਹੀਂ ਕਰਨਾ। ਕੋਈ ਪਤਾ ਨਹੀਂ ਵਕਤ ਕਦੋਂ ਕਹਿ ਦੇਵੇ ਪਿੱਛੇ ਮੁੜ। ਤੇ ਜਦੋਂ ਬਰਾਬਰ ਬਹਿ ਕੇ ਪਰੇਡ ਹੋ ਰਹੀ ਹੋਵੇ ਉਹਨੂੰ ਕੀ ਕਹੋਗੇ? ਨਾ ਤਾਂ ਕੋਈ ਅੱਗੇ ਹੋਇਆ ਨਾ ਪਿੱਛੇ। ਨਹੀਂ, ਹਮੇਸ਼ਾ ਹਰ ਗੱਲ ਦੇ ਵਿੱਚ ਕੁੜਤਰ। ਇਹ ਗਈ ਨਹੀਂ ਪੁਰਾਣੇ ਲੋਕਾਂ ਵਾਲੀ ਗੱਲ। ਟਾਣਾ ਸਾਹਿਬ, ਇੱਕ ਗੱਲ ਦੱਸੋ, ਸੱਚਾ ਸੱਚ, ਅੱਜ ਕਿਹਦਾ ਮੂੰਹ ਵੇਖ ਕੇ ਆਏ ਸੀ ਦਫ਼ਤਰ? ਮੂੰਹ ਤਾਂ ਮੈਂ ਹੁਣ ਸਰ ਤੁਹਾਡਾ ਹੀ ਵੇਖਿਆ ਸੀਗਾ। ਆਏ ਸੀ ਘਰੋਂ ਤੁਰਨ ਲੱਗਿਆ, ਕਿਹਦਾ ਰਾਹ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ। ਨਹੀਂ, ਕੋਈ ਬਾਹਰ ਜਦੋਂ ਮੋਟਰਸਾਈਕਲ ਕੱਢਿਆ ਉਦੋਂ ਕੋਈ ਮੱਥੇ ਲੱਗਿਆ ਹੋਊਗਾ। ਤੁਸੀਂ ਮੈਨੂੰ ਕਲਪਾਉਂਦੇ ਹੋ, ਪਰ ਭੁੱਲ ਜੋ ਵੀ ਮੈਂ ਇੱਥੋਂ ਕਲਪ ਕੇ ਚਲਾ ਜਾਊਂਗਾ, ਤੇ ਜੇ ਮੈਂ ਚਲਾ ਗਿਆ ਤਾਂ ਮੈਂ ਵਾਪਸ ਨਹੀਂ ਆਉਣਾਗਾ। ਕੀ ਮਤਲਬ ਆ? ਉਹਦਾ ਮਤਲਬ ਇਹ ਆ ਵੀ ਮੈਂ ਕਿਹੜਾ 34 ਦਿਨਾਂ ਬਾਅਦ ਸਚਨ ਪਾਇਲਟ ਆ ਜਿਹੜਾ ਵਾਪਸ ਮੁੜ ਆਊਂ। ਮੈਂ ਇੱਕ ਵਾਰੀ ਚਲਾ ਗਿਆ, ਆਉਣਾ ਨਹੀਂਗਾ। ਮੈਂ ਰਾਜਸਥਾਨ ਦੀ ਸਰਕਾਰ ਵਾਂਗੂ ਨਹੀਂਗਾ ਜੀ। ਮੈਂ ਸਚਨ ਪਾਇਲਟ ਵਾਂਗੂ ਨਹੀਂਗਾ ਵੀ ਬਾਅਦ ਦੇ ਵਿੱਚ ਕਹਾਂ ਪਹਿਲਾਂ ਵਾਲੇ ਉਹਦੇ ਦੇ ਦੋ ਫਿਰ ਆ ਜਾਣਾ। ਗੱਲ ਇਹ ਹੈ ਕਿ ਅਸੀਂ ਤੁਹਾਨੂੰ ਜਾਣ ਹੀ ਨਹੀਂ ਦੇਣਾ। ਇਹ ਜੇ ਤੁਹਾਨੂੰ ਭੇਜਣਾ ਹੀ ਹੁੰਦਾ ਫਿਰ ਇੱਥੇ ਲੈ ਕੇ ਕਦ ਲਈ ਆਉਣਾ? ਅਸ਼ੋਕ ਗਹਿਲੋਤ ਬਣਨ ਦੀ ਕੋਸ਼ਿਸ਼ ਨਾ ਕਰੋ। ਆਏ ਹਾਏ, ਗੱਲ ਤੇ ਆਓ। ਅੱਛਾ ਜੀ, ਚਲੋ ਕੋਈ ਗੱਲ ਨਹੀਂ। ਟਾਣਾ ਸਾਹਿਬ, ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਸਾਂਝਾ ਕਰੀਏ। ਇਹ ਪਿੰਡ ਜਿਹੜਾ ਇਹ ਹੈ ਕੋਝਾ ਜੀ, ਤੇ ਉਸ ਪਿੰਡ ਦਾ ਇੱਕ ਨੌਜਵਾਨ ਮੁੰਡਾ ਹੈ ਗੁਰਪ੍ਰੀਤ ਸਿੰਘ। ਅੱਛਾ। ਇਹ ਮੁੰਡਾ ਆਪ ਵੀ ਲਿਖਦਾ ਹੈ ਤੇ ਉਸ ਮੁੰਡੇ ਨੇ ਆਪ ਵਿਚਾਰ ਲਿਖ ਕੇ ਪੇਸ਼ ਕੀਤਾ। ਇਹ ਮੁੰਡਾ ਆਪ ਲਿਖਦਾ, ਆਪ ਵੀ ਲਿਖਦਾ ਨਹੀਂ ਹੁੰਦਾ ਜੀ। ਇਹਦੇ ਚ ਵਾਧੂ ਪਾਇਆ ਗਿਆ। ਮੇਰੇ ਕਹਿਣ ਦਾ ਮਤਲਬ ਇਹ ਹੈ ਆਪ ਵੀ ਲਿਖਦਾ, ਇਸ ਲਈ ਮੈਂ ਕਿਹਾ ਹੈ ਕਿ ਕਿਸੇ ਦੇ ਲਿਖੇ ਲਿਖਾਏ ਸਿਰਫ ਲਿਖ ਕੇ ਨਹੀਂ ਭੇਜਦਾ, ਆਪ ਵੀ ਲਿਖ ਕੇ ਆਪਣੇ ਵਿਚਾਰ ਭੇਜਦਾ ਹੈ। ਹਰ ਗੱਲ ਦੇ ਵਿੱਚ ਕੁਣਤਰ ਕੱਢਣੀ ਜ਼ਰੂਰੀ ਨਹੀਂ ਹੁੰਦੀ ਹੈ। ਜੇਕਰ ਤੁਸੀਂ ਕਿਸੇ ਗਲਤ ਮਨੁੱਖ ਦਾ ਚਿਹਰਾ ਵੇਖ ਕੇ ਅੱਜ ਦਫ਼ਤਰ ਦੇ ਵਿੱਚ ਆਏ ਹੋ ਤਾਂ ਉਸ ਮਨੁੱਖ ਦੇ ਨਾਲੋਂ ਆਪਣਾ ਘਰ ਬਦਲ ਲਓ। ਮੁੱਖ ਗੱਲ ਦੇ ਉੱਤੇ ਆਓ। ਮੁੱਖ ਗੱਲ ਦੇ ਉੱਪਰ ਮੈਂ ਆ ਰਹੀ ਹਾਂ। ਮੈਂ ਵਿਚਾਰ ਸਾਂਝਾ ਕਰਨ ਲੱਗੀ ਸੀ। ਟਾਣਾ ਸਾਹਿਬ ਕਹਿੰਦੇ ਕਿ ਜੇ ਆਕੜ ਰੱਖੋਗੇ ਤਾਂ ਗਾਣਾ ਸੁਣੋਗੇ। ਉਹ ਗਾਣਾ ਸੀਗਾ ਦੀਪਕ ਢਿੱਲੋਂ ਦਾ ਵੀ ਜੇ ਆਕੜ ਨਾਲ ਬੁਲਾਵੇਂਗਾ ਤਾਂ ਏਦਾਂ ਹੀ ਬੋਲਾਂਗੇ।
ਹੋ ਗਿਆ ਹਾਂਜੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰ ਲਿਆ ਫੁੱਲਾਂ ਭਰੀ ਚੰਗੇਰ ਦੀ ਪੇਸ਼ਕਾਰੀ ਹੋ ਗਈ ਹੁਣ ਮੈਂ ਚਾਹੇ ਦਾ ਵਿਚਾਰ ਸਾਂਝਾ ਕਰਾਂ ਹਰ ਗੱਲ ਤੇ ਘੁੰਟਰ ਨਹੀਂ ਵੱਜਣੀ ਚਾਹੀਦੀ ਇਹ ਜਿਹੜਾ ਵਿਚਾਰ ਗੁਰਪ੍ਰੀਤ ਜੀ ਨੇ ਭੇਜਿਆ ਆਪਾਂ ਨੂੰ ਉਹ ਇਸ ਤਰ੍ਹਾਂ ਕਹਿੰਦੇ ਕਿ ਜੇ ਆਕੜ ਰੱਖੋਗੇ ਤਾਂ ਦੂਰੀਆਂ ਵਧਣਗੀਆਂ ਬਿਲਕੁਲ ਸਹੀ ਆਪਣੇ ਪਰਛਾਵੇਂ ਨੂੰ ਛੂਹਣ ਦੇ ਲਈ ਵੀ ਝੁਕਣਾ ਪੈਂਦਾ ਬਹੁਤ ਖੂਬ ਕਮਾਲ ਦੀ ਗੱਲ ਆ ਵੀ ਆਪਣੇ ਪਰਛਾਵੇਂ ਨੂੰ ਛੂਹਣ ਦੇ ਲਈ ਵੀ ਝੁਕਣਾ ਪੈਂਦਾ ਜੇ ਆਕੜ ਰੱਖੋਗੇ ਤਾਂ ਦੂਰੀਆਂ ਵਧਣਗੀਆਂ ਬਹੁਤ ਚੰਗੀ ਗੱਲ ਲਿਖੀ ਆ ਦੇਖੋ ਕੋਝੀਆਂ ਹਰਕਤਾਂ ਕਿਸੇ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ ਪਰ ਕੋਝਾ ਪਿੰਡ ਦੇ ਇਸ ਨੌਜਵਾਨ ਨੇ ਬਹੁਤ ਸੋਹਣੀ ਗੱਲ ਲਿਖੀ ਹੈ ਸੋ ਜਿਹੜੇ ਵੀ ਲੋਕ ਕੋਝੀਆਂ ਹਰਕਤਾਂ ਕਰਦੇ ਆ ਉਹ ਬਾਜ਼ ਆ ਜਾਣ ਤੇ ਕੋਝਾ ਪਿੰਡ ਦੇ ਇਸ ਮੁੰਡੇ ਦੇ ਵਾਂਗੂ ਲਿਖਣਾ ਸ਼ੁਰੂ ਕਰ ਦੇਣ ਬੜੀ ਸੋਹਣੀ ਗੱਲ ਆ ਬਿਲਕੁਲ ਸਹੀ ਹਰਮਨ ਜੀ ਜ਼ਿੰਦਗੀ ਦੇ ਵਿੱਚ ਨਾ ਕਿਸੇ ਉੱਤੇ ਬਹੁਤਾ ਭਰੋਸਾ ਨਹੀਂ ਕਰਨਾ ਚਾਹੀਦਾ ਮੈਂ ਤਾਂ ਬਿਲਕੁਲ ਨਹੀਂ ਕਰਦੀ ਉਹ ਤਾਂ ਮੈਨੂੰ ਪਤਾ ਤੁਸੀਂ ਤਾਂ ਆਪਦੇ ਆਪ ਤੇ ਵੀ ਨਹੀਂ ਕਰਦੇ ਆਪਣੇ ਆਪ ਤੇ ਵਾਧੂ ਭਰੋਸਾ ਮੈਨੂੰ ਪਤਾ ਹੈ ਜੋ ਕਰਾਂਗੇ ਉਹ ਸਹੀ ਕਰਾਂਗੇ ਅੱਛਾ ਫਿਰ ਤੁਹਾਨੂੰ ਭਰੋਸਾ ਸੀਗਾ ਕਿ ਤੁਹਾਨੂੰ ਪਕੌੜੇ ਬਣਾਉਣੇ ਨਹੀਂ ਆਉਂਦੇ ਚਲੋ ਆਪਾਂ ਅਗਲੀ ਗੱਲ ਤੇ ਚੱਲਦੇ ਆ ਇਹ ਜਿਹੜਾ ਨਾ ਸਰਕਾਰਾਂ ਦੇ ਉੱਤੇ ਬਹੁਤਾ ਭਰੋਸਾ ਨਹੀਂ ਕਰਨਾ ਚਾਹੀਦਾ ਤੇ ਸਰਕਾਰਾਂ ਲੋਕਾਂ ਦੇ ਉੱਤੇ ਵੀ ਕਿਹੜਾ ਭਰੋਸਾ ਕਰਦੀਆਂ ਵੀ ਅਗਲੀ ਵਾਰ ਸਾਨੂੰ ਵੋਟ ਪਾਉਣਗੇ ਇਸ ਕਰਕੇ ਭਾਈ ਇੱਕ ਦੂਜੇ ਦੇ ਉੱਤੇ ਭਰੋਸਾ ਕਰਨਾ ਸਿੱਖੀਏ ਕਿਉਂਕਿ ਨਾ ਕਹਿੰਦੇ ਵੀ ਇੱਕ ਵਾਰੀ ਨਾ ਇੱਕ ਮੁੰਡਾ ਤੇ ਕੁੜੀ ਇਸ਼ਕ ਦੇ ਵਿੱਚ ਬਿਲਕੁਲ ਗੁੰਨੇ ਪਏ ਬਸ ਚੂਰ ਹੋਏ ਪਏ ਗੜੂੰਦ ਹੋਏ ਪਏ ਮੈਂ ਨਾ ਬਸ ਨਾ ਮੁਹੱਬਤੀ ਉਹਨਾਂ ਦੇ ਵਿੱਚ ਇਹੋ ਜਿਹਾ ਤਾਣਾ ਬਾਣਾ ਸੀਗਾ ਵੀ ਸਾਰਾ ਕੁਝ ਹੀ ਨਾ ਤੰਦਨੀ ਤਾਣੀ ਉਲਝੀ ਪਈ ਸੀ ਮੁਹੱਬਤ ਦੀ ਉਹਨਾਂ ਦੀ ਲੋ ਜੀ ਇੱਕ ਦਿਨ ਦੋਵਾਂ ਨੇ ਫੈਸਲਾ ਕਰ ਲਿਆ ਕਹਿੰਦੇ ਵੀ ਆਪਾਂ ਨਾ ਖੁਦਕੁਸ਼ੀ ਕਰ ਲੈਣੀ ਆ ਦੋਵੇਂ ਗਏ ਇੱਕ ਦਰਿਆ ਦੇ ਕਿਨਾਰੇ ਦੇ ਉੱਤੇ ਉਤਲੀ ਥਾਂ ਦੇ ਉੱਤੇ ਪਹਾੜੀ ਦੇ ਉੱਤੇ ਚੜ ਗਏ ਕਹਿੰਦੇ ਵੀ ਉੱਤੋਂ ਛਾਲ ਮਾਰਨੀ ਆ ਕਹਿੰਦੇ 1 2 3 4 5 ਤੇ ਮੁੰਡੇ ਨੇ ਦੜਮ ਕਰਕੇ ਵਿੱਚ ਛਾਲ ਮਾਰਨੀ ਸ਼ੁਰੂ ਕਰਤੀ ਤੇ ਕੁੜੀ ਲੋ ਜੀ ਉੱਤੋਂ ਮਾਰੀ ਛਾਲ ਕੁੜੀ ਨੇ ਕਿਹਾ ਸੀ ਵੀ ਮਗਰੋਂ ਤੇਰੇ ਮੈਂ ਵੀ ਮਾਰੂੰਗੀ ਪਹਿਲਾਂ ਤੂੰ ਛਾਲ ਮਾਰ ਜਾ ਲੋ ਜੀ ਜਦੋਂ ਉੱਤੋਂ ਡਿੱਗ ਰਿਹਾ ਸੀਗਾ ਤੇ ਕੁੜੀ ਦਾ ਵਿਚਾਰ ਬਦਲ ਗਏ ਉਹਦੇ ਪਿਛਲੇ ਪਾਸੇ ਨੂੰ ਮੂੰਹ ਘੁਮਾਇਆ ਇਧਰ ਨੂੰ ਤੁਰ ਪਈ ਮੁੰਡਾ ਵੀ ਚਲਾਕ ਸੀਗਾ ਉਹਨੇ ਨਾ ਕਿਤੇ ਪੈਰਾਸ਼ੂਟ ਆਪਦੀਆਂ ਲੱਤਾਂ ਨਾਲ ਬੰਨਿਆ ਸੀ ਉਹਨੇ ਬਟਨ ਜਾਂ ਨੱਪਿਆ ਛੂ ਕਰਕੇ ਤਾਂ ਨੂੰ ਚੜ ਗਿਆ ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਮੁੱਕਰੇਂਗੀ ये इश्क नहीं आसान बस इतना समझ लीजिए ਬਿਲਕੁਲ ਸਹੀ ਗੱਲ ਹੈ ਇਸ ਕਰਕੇ ਭਾਈ ਜਿਹੜਾ ਨਾ ਇਹ ਸਰਕਾਰਾਂ ਦੀਆਂ ਮੁਹੱਬਤਾਂ ਤੇ ਜੋ ਵੋਟਰ ਤੇ ਨੇਤਾਵਾਂ ਦੀਆਂ ਮੁਹੱਬਤਾਂ ਇਹ ਸੱਚੀ ਮੁੱਚੀ ਪ੍ਰਵਾਨ ਨਹੀਂ ਚੜਦੀਆਂ ਕਿਉਂਕਿ ਲੋਕਾਂ ਦੇ ਉਲਾਂਭੇ ਜਿਹੜੇ ਵਾਜਬ ਹੁੰਦੇ ਆ ਤੇ ਨੇਤਾਵਾਂ ਦੇ ਵੱਲੋਂ ਕੀਤੇ ਗਏ ਵਿਕਾਸ ਦੇ ਕੰਮ ਗੈਰ ਵਾਜਬ ਹੁੰਦੇ ਆ ਤੇ ਗੈਰ ਮੰਨਣਯੋਗ ਹੁੰਦੇ ਆ ਮੰਨਣ ਨੂੰ ਚਿੱਤ ਨਹੀਂ ਕਰਦਾ ਜੀ ਪਟਾਣਾ ਸਾਹਿਬ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੱਸ ਦਿਆਂ ਹੁਣ ਤੁਸੀਂ ਵੀ ਤਿਆਰੀ ਖਿੱਚ ਲਓ ਨੌਜਵਾਨਾਂ ਤੱਕ ਤਾਂ ਪਹੁੰਚ ਜਾਣੀ ਹੈ ਮੋਬਾਈਲ ਫੋਨ ਹੁਣ ਹੋ ਸਕਦਾ ਵੀ ਅੱਗੇ ਚੱਲ ਕੇ ਕਿਤੇ ਪੱਤਰਕਾਰਾਂ ਨੂੰ ਵੀ ਵੰਡਣੇ ਸ਼ੁਰੂ ਕਰ ਦੇਣ ਜੇ ਵਿਦਿਆਰਥੀਆਂ ਨੂੰ ਦੇ ਸਕਦੇ ਨੇ ਤੇ ਪੱਤਰਕਾਰਾਂ ਨੂੰ ਵੀ ਦੇ ਸਕਦੇ ਡਾਕਟਰਾਂ ਨੂੰ ਵੀ ਦੇ ਸਕਦੇ ਬੜੀ ਸਾਫ਼ ਤੇ ਸਪਸ਼ਟ ਆ ਵੀ ਆਪਾਂ ਨਹੀਂ ਲੈਣਾ ਮੋਬਾਈਲ ਆਪਾਂ ਤਾਂ ਉਹ ਕੁਝ ਹੀ ਲੈਣੀ ਹੈ ਜਿਹੜੀ ਕੁਝ ਸਾਡੇ ਹਿੱਸੇ ਦੇ ਵਿੱਚ ਆਉਂਦੀ ਆ ਜਿਹੜੀ ਵੀ ਚੀਜ਼ ਸਾਡੀ ਕਿਰਤ ਕਮਾਈ ਦੇ ਨਾਲ ਆ ਸਕਦੀ ਆ ਉਹ ਲੈਣੀ ਆ ਵੈਸੇ ਸਾਡੇ ਪੰਜਾਬੀਆਂ ਦੇ ਵੱਡੇ ਹਿੱਸੇ ਦੀ ਇਹ ਆਦਤ ਬਣ ਚੁੱਕੀ ਆ ਵੀ ਮੁਫਤ ਦੇ ਵਿੱਚ ਤਾਂ ਅਸੀਂ ਜ਼ਹਿਰ ਨਹੀਂ ਛੱਡਦੇ ਤੁਸੀਂ ਨਾ ਕਦੇ ਬੱਸ ਦੇ ਵਿੱਚ ਲੰਮਾ ਸਫ਼ਰ ਕਰਕੇ ਦੇਖਿਓ ਤੁਹਾਡੇ ਹੱਥ ਦੇ ਵਿੱਚ ਅਖਬਾਰ ਹੋਵੇ ਨਾ ਜਿਵੇਂ ਕੁਕੜੀ ਨੇ ਰੂੜੀ ਖਿਲਾਰੀ ਹੁੰਦੀ ਆ ਐ ਖਿਲਾਰ ਕੇ ਛੱਡ ਦਿੰਦੇ ਆ ਉਹ ਨਾ ਕਮਾਲ ਕਰਦੇ ਵੀ ਅਖੀਰ ਤੋਂ ਆਊਗੀ ਅਖਬਾਰ ਉਹ ਬਾਈ ਜੀ ਇੱਕ ਵਾਰ ਕਹਦੇ ਵੀ 3 ਰੁਪਈਆਂ ਦਾ ਸਾਡੇ ਪੰਜਾਬੀ ਅਖਬਾਰ ਨਹੀਂ ਖਰੀਦ ਸਕਦੇ ਕਿਤਾਬ ਨਹੀਂ ਖਰੀਦ ਸਕਦੇ ਵੀ ਕੀ ਕਰਨਾ ਸੀ ਬਿਲਕੁਲ ਸਹੀ ਗੱਲ ਹੈ ਪਰ ਇਹ ਜਿਹੜਾ ਫੋਨ ਹੈ ਕੈਪਟਨ ਸਮਾਰਟ ਕਨੈਕਟ ਇਹ ਤਿਆਰ ਹੈ ਇਹਦੇ ਪਿੱਛੇ ਵੀ ਕੈਪਟਨ ਸਾਹਿਬ ਦੀ ਇੱਕ ਫੋਟੋ ਛੋਟੀ ਜਿਹੀ ਕਰਕੇ ਲਾਈ ਹੋਈ ਹੈ ਇਹਦੇ ਵਾਲਪੇਪਰ ਦੇ ਉੱਤੇ ਵੀ ਕੈਪਟਨ ਸਾਹਿਬ ਦੀ ਤੇ ਨਾਲ 3-4 ਵਿਦਿਆਰਥੀ ਜਿਹੜੇ ਉਹ ਨਜ਼ਰ ਆ ਰਹੇ ਨੇ ਉਹਨਾਂ ਦੀ ਤਸਵੀਰ ਲਾਈ ਗਈ ਹੈ ਤੇ ਇਹ ਮੈਨੂੰ ਲੱਗਦਾ ਜਦੋਂ ਤੱਕ ਆਪਣਾ ਪ੍ਰੋਗਰਾਮ ਜਿਹੜਾ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਪਹੁੰਚਣਾ ਉਹ ਤਾਂ ਕੁਝ ਕੁ ਘੰਟੇ ਰਹਿ ਜਾਣੇ ਨੇ ਲੋਕਾਂ ਦੀਆਂ ਜੇਬਾਂ ਤੱਕ ਇਹ ਫੋਨ ਪਹੁੰਚਣ ਬਿਲਕੁਲ ਜੀ 12 ਅਗਸਤ ਤੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਅਸੀਂ ਫੋਨ ਵੰਡਣੇ ਸ਼ੁਰੂ ਕਰ ਦੇਣੇ ਆ ਉਹਨਾਂ ਨੇ ਕਿਹਾ ਜੀ ਕਿ 50,000 ਫੋਨ ਸਾਡੇ ਕੋਲੇ ਪਹੁੰਚ ਚੁੱਕਿਆ ਲਾਵਾ ਦਾ ਪਹਿਲਾਂ ਲੱਗਦਾ ਸੀ ਵੀ ਚੀਨ ਤੋਂ ਆਉਣਗੇ ਪਰ ਚੀਨ ਵਾਲਿਆਂ ਨੂੰ ਆਪਾਂ ਨਾ ਕਰਤੀ ਕਿਉਂਕਿ ਉਹਨਾਂ ਦੀਆਂ ਚੀਜ਼ਾਂ ਦੇ ਉੱਤੇ ਬੜਾ ਯਕੀਨ ਨਹੀਂ ਉਹ ਹੁਣ ਕੁਝ ਕਹਿੰਦੇ ਘੰਟੇ ਬਾਅਦ ਕੁਝ ਕਹਿ ਦਿੰਦੇ ਕਦੇ ਕਦੇ ਕਰੋਨਾ ਸਾਡਾ ਸੀ ਕਦੇ ਕਦੇ ਅਮਰੀਕਾ ਦਾ ਸੀ ਆਪਾਂ ਭਰੋਸਾ ਕਰਨੇ ਬੰਦ ਕਰਤਾ ਸੋ ਇਹ ਲਾਵਾ ਵੱਲੋਂ ਲੈ ਗਏ ਆ ਤੇ ਕੈਪਟਨ ਸਾਹਿਬ ਕਹਿੰਦੇ ਵੀ 1,73,000 ਤੋਂ ਵੱਧ ਵਿਦਿਆਰਥੀਆਂ ਨੂੰ ਅਸੀਂ ਵੰਡਾਂਗੇ ਲੈ ਲਓ ਕੀ ਪਤਾ ਜ਼ਿੰਦਗੀ ਦੇ ਵਿੱਚ ਨਵੀਂ ਖੁਸ਼ਹਾਲੀ ਆ ਜੇ ਕੀ ਪਤਾ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਲਹਿਰਾਂ ਬਹਿਰਾਂ ਲੱਗ ਜਾਣ ਕੀ ਪਤਾ ਇਸ ਫੋਨ ਦੇ ਜ਼ਰੀਏ ਸਿੱਧੀ ਕੈਪਟਨ ਸਾਹਿਬ ਨਾਲ ਗੱਲਬਾਤ ਹੋ ਸਕੇ ਉਹ ਜਿਵੇਂ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਵੀ ਪੁੱਤ ਜੇ ਆਰਾਮ ਆਉਣਾ ਨਾ ਤਾਂ ਸਵਾਦ ਦੀ ਚੁੰਡੀ ਨਾਲ ਆ ਜਾਣਾ ਕੀ ਪਤਾ ਜੇ ਖੁਸ਼ਹਾਲੀ ਆਉਣੀ ਇਸ ਫੋਨ ਨਾਲ ਹੀ ਆ ਜੇ ਬਿਲਕੁਲ ਸਹੀ ਗੱਲ ਹੈ ਸੋ ਮੌਕਾ ਗਵਾਉਣਾ ਨਹੀਂ ਚਾਹੀਦਾ ਪੰਜਾਬੀਆਂ ਨੂੰ ਤੁਸੀਂ ਫੋਨ ਲਓ ਫੋਨਾਂ ਦੇ ਉੱਪਰ ਰੁੱਝ ਜਾਓ ਜੇ ਰੁੱਝੋਗੇ ਤਾਂ ਹੀ ਤਾਂ ਸਰਕਾਰਾਂ ਨੂੰ ਸਵਾਲ ਨਹੀਂ ਕਰ ਸਕੋਗੇ ਬਿਲਕੁਲ ਜੀ ਫਿਰ ਤੁਸੀਂ ਇਹ ਕਹਿਣ ਜੋਗੇ ਨਹੀਂ ਵੀ ਸਾਡੇ ਹੱਥ ਵਿਹਲੇ ਆ ਇਹਨਾਂ ਨੂੰ ਕਿਰਤ ਦੇ ਉੱਤੇ ਲਾਓ ਇਹਨਾਂ ਨੂੰ ਤੁਸੀਂ ਰੁਜ਼ਗਾਰ ਦਿਓ ਉਹਨਾਂ ਨੇ ਕਹਿਣਾ ਆ ਦੇਖੋ ਲੱਗੇ ਤਾਂ ਪਏ ਤੁਸੀਂ ਇੱਕ ਹੱਥ 'ਚ ਫੜਿਆ ਦੂਜੇ ਹੱਥ ਨਾਲ ਮਸਾਜ ਜੀ ਕਰੀ ਜਾਂਦੇ ਆ ਬਿਲਕੁਲ ਸਹੀ ਜੱਜ ਦਾ ਵਿਚਾਰ ਹਰਮਨ ਜੀ ਪਿਛਲੇ ਨਾ ਕਈ ਦਿਨਾਂ ਤੋਂ ਇੱਕ ਚੁਟਕਲਾ ਜਿਹੜਾ ਉਹ ਬੜਾ ਮਸ਼ਹੂਰ ਹੋ ਰਿਹਾ ਜਾਂ ਚੁਟਕਲਾ ਕਹਿ ਲੋ ਜਾਂ ਇੱਕ ਬੜਾ ਮਹੱਤਵਪੂਰਨ ਵਿਚਾਰ ਕਹਿ ਲੋ ਉਹ ਮਰਜ਼ੀ ਆ ਕਹਿੰਦੇ ਵੀ ਇੱਕ ਦਿਨ ਇੱਕ ਔਰਤ ਆ ਜਿਹੜੀ ਉਹ ਬਾਹਲੀ ਸੜੀ ਭੁੱਜੀ ਫਿਰੇ ਉਹ ਬਿਲਕੁਲ ਨਾ ਬੋਲੇ ਆਪਦੇ ਘਰ ਵਾਲੇ ਦੇ ਨਾਲ ਬਸ ਐ ਨੂੰ ਲੰਘੇ ਉਹ ਵੀ ਮੂੰਹ ਵੱਟ ਕੇ ਜੇ ਨਿਕਲ ਜੇ ਐ ਨੂੰ ਲੰਘੇ ਫਿਰ ਮੂੰਹ ਜਾ ਵੱਟ ਕੇ ਨਿਕਲ ਜੇ ਉਹ ਕਹਿੰਦਾ ਭੁੱਲ ਗਏ ਰੌਲਾ ਕੀ ਆ ਵੀ ਜੇ ਮੈਂ ਦਾਰੂ ਪੀਣਾ
ਤੂੰ ਤਾਂ ਲੜਦੀ ਆ ਜੀ ਹੁਣ ਮੈਂ ਦਾਰੂ ਛੱਡਤੀ ਆ 4 ਦਿਨ ਹੋ ਗਏ ਤੂੰ ਤਾਂ ਵੀ ਉਵੇਂ ਮੂੰਹ ਵੱਟੀ ਫਿਰਦੀ ਵਿੱਚੋਂ ਰੌਲਾ ਕੀ ਆ ਜੀ ਕਹਿੰਦੀ ਵੀ ਡੁੱਬ ਜਾਣੀ ਦਿਆ ਜਦੋਂ ਤੈਨੂੰ ਕਹਿੰਦੇ ਸੀ ਵੀ ਛੱਡ ਦੇ ਉਦੋਂ ਤੂੰ ਛੱਡੀ ਨਹੀਂ ਹੁਣ ਤੈਨੂੰ ਕਹਿੰਦੇ ਪੀ ਲਿਆ ਕਰ ਤੂੰ ਪੀਂਦਾ ਨਹੀਂ ਤੂੰ ਨੁਕਸਾਨ ਕਰਨਾ ਟੱਬਰ ਦਾ ਹਮੇਸ਼ਾ ਉਹ ਕਹਿੰਦਾ ਵੀ ਮੈਂ ਕਿਵੇਂ ਨੁਕਸਾਨ ਕਰਨਾ ਗੱਲ ਦੱਸ ਕਹਿੰਦੀ ਵੀ ਦੇਖ ਜੇ ਤੂੰ ਹੁਣ ਦਾਰੂ ਪੀ ਕੇ ਚੜਾਈ ਕਰ ਗਿਆ ਹੋ ਸਕਦਾ ਤੈਨੂੰ ਸ਼ਹੀਦ ਮੰਨ ਲੈਣ ਹੋ ਸਕਦਾ ਵੀ ਆਪਣੇ ਟੱਬਰ ਨੂੰ ਮੁਆਵਜ਼ਾ ਵੀ ਦੇ ਦਿੱਤਾ ਜਾਵੇ ਹੋ ਸਕਦਾ ਵੀ ਆਪਣੇ ਨਿਆਣਿਆਂ ਨੂੰ ਨੌਕਰੀ ਵੀ ਮਿਲ ਜੇ ਹੋ ਸਕਦਾ ਵੀ ਆਪਾਂ ਨੂੰ ਵੱਡੇ ਵੱਡੇ ਕਾਰਡ ਵੀ ਮਿਲ ਜਾਣ ਤੇ ਆਪਾਂ ਨੂੰ ਭਵਿੱਖ ਦੇ ਵਿੱਚ ਚੀਜ਼ਾਂ ਮੁਫਤ 'ਚ ਮਿਲਣ ਲੱਗ ਪੈਣ ਤੇ ਹੋ ਸਕਦਾ ਵੀ ਆਪਣਾ ਘਰ ਵੀ ਪੈ ਜੇ ਉਸ ਮੁਆਵਜ਼ੇ ਦੇ ਨਾਲ ਤੇ ਜਦੋਂ ਅਸੀਂ ਕੋਠੀ ਪਾ ਲਾਂਗੇ ਨਾ ਇਹ ਪੂਰੀ ਟੌਪ ਦੀ ਉਹਦੇ ਵਿੱਚ ਜਿਹੜੇ ਰੋੜੇ ਰਾੜੇ ਬਚੇ ਹੋਏ ਤੇਰੀ ਵੀ ਸਮਾਧ ਬਣਾ ਦਿਆਂਗੇ ਤੂੰ ਪੀਆ ਕਰ ਤੂੰ ਮਰ ਜਾ ਛੇਤੀ ਕਹਿਣ ਦਾ ਭਾਵ ਇਹ ਹੈ ਕਿ ਅੱਜ ਸਾਡੀਆਂ ਸਰਕਾਰਾਂ ਨੇ ਪ੍ਰਸਥਿਤੀਆਂ ਇਹੋ ਜਿਹੀਆਂ ਬਣਾਤੀਆਂ ਵੀ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਠੱਪੇ ਲੱਗ ਰਹੇ ਇਹਨਾਂ ਵਿਚਾਰਾਂ ਦੇ ਹਾਲਾਂਕਿ ਅਸੀਂ ਚਾਹੁੰਦੇ ਆ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਮਦਦ ਨਿੱਠ ਕੇ ਕੀਤੀ ਜਾਵੇ ਪਰ ਮਦਦ ਦੇ ਲਈ ਪਹਿਲਾਂ ਮਰਨਾ ਪਵੇ ਇਹ ਗੱਲ ਗਲਤ ਆ ਇਸ ਕਰਕੇ ਜਿਉਂਦੇ ਜੀ ਮਦਦ ਕਰਨੀ ਚਾਹੀਦੀ ਆ ਪਿਛਲੀ ਸਰਕਾਰ ਦੇ ਮੌਕੇ ਸੀ ਵੀ ਜੇਕਰ ਬੱਸ ਦੇ ਥੱਲੇ ਆ ਗਏ ਆ ਤੇ ਜੇਕਰ ਫਲਾਣੀ ਚੀਜ਼ ਦੇ ਥੱਲੇ ਆ ਗਿਆ ਤਾਂ ਨੌਕਰੀ ਦਾ ਵਾਅਦਾ ਹੋਊਗਾ ਵੀ ਇੱਕ ਜੀ ਨੂੰ ਦੇ ਦੇਾਂਗੇ ਹੁਣ ਇਹ ਹੈ ਵੀ ਜੇਕਰ ਦਾਰੂ ਪੀ ਕੇ ਮਰ ਗਏ ਤੁਹਾਡੇ ਟੱਬਰ ਨੂੰ ਤਾਂ ਨੌਕਰੀ ਦੇਵਾਂਗੇ ਥੋੜਾ ਜਿਹਾ ਸੋਚੀਏ ਵਿਚਾਰੀਏ ਤੇ ਸਮਝੀਏ ਬਿਲਕੁਲ ਪਰ ਗੱਲ ਇਹ ਹੈ ਟਾਣਾ ਸਾਹਿਬ ਵੀ ਕੱਲੀਆਂ ਸਰਕਾਰਾਂ ਨਾ ਸੋਚਣ ਵਿਚਾਰਨ ਇਹ ਲੋਕ ਵੀ ਸੋਚਣ ਵਿਚਾਰਨ ਇਹ ਲੋਕ ਯਾਦ ਰੱਖਣ ਵੀ ਕਿਹੜੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਕਿਹਨੇ ਤੇ ਕੀ ਕੀਤਾ ਕੱਲ ਮੇਰੇ ਨਾਲ ਇੱਕ ਬੰਦਾ ਬਹਿਸ ਕਰਨ ਲੱਗ ਪਿਆ ਮੈਨੂੰ ਕਹਿੰਦਾ ਜੀ ਦਾਰੂ ਦੀ ਬੋਤਲ ਦੇ ਉੱਤੇ ਲਿਖਿਆ ਹੀ ਬਹੁਤ ਬਰੀਕ ਹੁੰਦਾ ਵੀ ਭਾਈ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਉਹ ਨਾ ਪੜਿਆ ਨਹੀਂ ਜਾਂਦਾ ਇਸ ਕਰਕੇ ਲੋਕ ਵੱਧ ਪੀਂਦੇ ਆ ਤੇ ਮੈਂ ਕਿਹਾ ਸੜਕਾਂ ਦੇ ਉੱਤੇ ਐਡਾ ਇੱਕ ਅੱਖਰ ਹੁੰਦਾ ਜਿੱਥੇ ਲਿਖਿਆ ਹੁੰਦਾ ਤੇਜ਼ ਰਫ਼ਤਾਰੀ ਯਾਨੀ ਕਿ ਮੌਤ ਨੂੰ ਤਿਆਰੀ ਤੁਸੀਂ ਫਿਰ 90 ਤੇ ਜਾਂਦੇ ਆ ਲਾਹਣਤ ਤੁਹਾਨੂੰ ਜੀ ਨਾਲੇ ਟਾਣਾ ਸਾਹਿਬ ਅੱਗ ਦੇ ਉੱਤੇ ਥੋੜੀ ਲਿਖਿਆ ਹੁੰਦਾ ਵੀ ਅੱਗ 'ਚ ਹੱਥ ਪਾਉਂਗੇ ਤਾਂ ਸੜ ਜਾਓਗੇ ਤਾਂ ਆਪਣਾ ਦਿਮਾਗ ਵੀ ਕੰਮ ਕਰਦਾ ਹੈ ਆਪਣੇ ਆਪ ਨੂੰ ਵੀ ਪਤਾ ਵੀ ਜੇ ਅੱਗ ਦੇ ਕੋਲ ਜਾਵਾਂਗੇ ਤਾਂ ਸੜ ਜਾਵਾਂਗੇ ਅਸੀਂ ਆਪ ਨਹੀਂ ਜਾਂਦੇ ਹਨਾ ਤੇ ਜ਼ਰੂਰੀ ਹੈ ਵੀ ਦਾਰੂ ਦੀ ਬੋਤਲ ਦੇ ਉੱਪਰ ਵੱਡਾ ਸਾਨੂੰ ਨਹੀਂ ਪਤਾ ਵੀ ਸਾਡੀ ਸਿਹਤ ਦੇ ਉੱਪਰ ਦਾਰੂ ਕੀ ਅਸਰ ਕਰਦੀ ਹੈ ਉੱਤੇ ਮੋਟੇ ਅੱਖਰਾਂ 'ਚ ਲਿਖਿਆ ਹੁੰਦਾ ਇੱਥੇ ਪਿਸ਼ਾਬ ਕਰਨਾ ਸਖਤ ਮਨਾ ਹੈ ਤੇਰੇ ਵਰਗੇ ਜੱਬਲ ਉੱਥੇ ਜਾ ਕੇ ਫੇਰ ਕਰਦੇ ਆ ਹੁਣ ਉਹ ਐਡਾ ਕਰ ਦੇਣਾ ਅੱਖਰ ਬਿਲਕੁਲ ਸਹੀ ਹਰ ਚੀਜ਼ ਸਮਝਾਉਣੀ ਜ਼ਰੂਰੀ ਨਹੀਂ ਹੁੰਦੀ ਬੰਦੇ ਨੂੰ ਆਪਣੇ ਆਪ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕੀ ਸਹੀ ਹੈ ਕੀ ਨਹੀਂ ਸਹੀ ਪਰ ਗੱਲ ਇਹ ਹੈ ਟਾਣਾ ਸਾਹਿਬ ਵੀ ਜੇਕਰ ਕੋਈ ਸਵਾਲ ਚੁੱਕਦਾ ਤਾਂ ਉਹਦੀ ਸੁਰੱਖਿਆ ਵੀ ਵਾਪਸ ਲੈ ਲਈ ਜਾਂਦੀ ਹੈ ਇਸ ਸੂਬੇ ਦੇ ਵਿੱਚ ਉੱਥੇ ਵੀ ਸਵਾਲ ਜਿਹੜੇ ਹੋਰ ਖੜੇ ਹੋ ਜਾਂਦੇ ਨੇ ਇਹ ਮਾਮਲੇ ਜਿਹੜੇ ਨੇ ਇਹਨਾਂ ਨੂੰ ਗੁੰਝਲਦਾਰ ਬਣਾਇਆ ਜਾ ਰਿਹਾ ਦੇਖੋ ਇੱਕ ਤਾਂ ਗੱਲ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਕਹਿੰਦੇ ਵੀ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਬਾਹਰ ਚਾਹੀਦੇ ਆ ਜੀ ਜਾਖੜ ਸਾਹਿਬ ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਦੂਲੋਂ ਤੇ ਬਾਜਵਾ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੁਣ ਇਹ ਮਾਮਲਾ ਚਲਾ ਗਿਆ ਵੱਡੇ ਘਰ ਇਹ ਚਲਾ ਗਿਆ ਦਿੱਲੀ ਵਾਲੇ ਘਰ ਦੇ ਵਿੱਚ ਹਾਈ ਕਮਾਨ ਦੇ ਕੋਲ ਹੁਣ ਉਹਨਾਂ ਦੇ ਵੱਲੋਂ ਕੀ ਫੈਸਲਾ ਕੀਤਾ ਜਾਣਾ ਇਹ ਤਾਂ ਵਕਤ ਦੱਸੂਗਾ ਪਰ ਸਵਾਲ ਇਹ ਬੜਾ ਵੱਡਾ ਖੜਾ ਹੋ ਗਿਆ ਵੀ ਪ੍ਰਤਾਪ ਸਿੰਘ ਬਾਜਵਾ ਦੇ ਸੁਰੱਖਿਆ ਕਰਮਚਾਰੀ ਸੂਬੇ ਦੀ ਸਰਕਾਰ ਨੇ ਵਾਪਸ ਲੈ ਲਏ ਬਾਜਵਾ ਹੋਰੀ ਕਹਿੰਦੇ ਵੀ ਇਹ ਬਦਲਾ ਲਓ ਨੀਤੀ ਆ ਕੈਪਟਨ ਸਾਹਿਬ ਕਹਿੰਦੇ ਵੀ ਬਦਲਾ ਲਓ ਨੀਤੀ ਨਹੀਂ ਇਹ ਤਾਂ ਇੱਕ ਪ੍ਰਕਿਰਿਆ ਦਾ ਹਿੱਸਾ ਇਹ ਤਾਂ ਇੱਕ ਜਿਵੇਂ ਅਸੀਂ ਪ੍ਰਕਿਰਿਆ ਬਣਾਈ ਆ ਉਹਦੇ ਵਿੱਚੋਂ ਨਿਕਲ ਕੇ ਸਾਰਾ ਕੁਝ ਆਇਆ ਪਰ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਵਿੱਚ ਕੁੱਦੇ ਆ ਉਹ ਕਹਿੰਦੇ ਵੀ ਜੇਕਰ ਪ੍ਰਕਿਰਿਆ ਤਾਂ 3 ਮਹੀਨੇ ਪਹਿਲਾਂ ਵਾਪਸ ਲੈ ਲੈਂਦੇ ਜਾਂ 2 ਮਹੀਨੇ ਬਾਅਦ ਚ ਵਾਪਸ ਲੈ ਲੈਂਦੇ ਆ ਪ੍ਰਕਿਰਿਆ ਹੋਣੀ ਵਿਚਾਲੇ ਕਿਹੜੀ ਗੱਲੋਂ ਆ ਗਈ ਪਤਾ ਨਹੀਂ ਟਾਣਾ ਸਾਹਿਬ ਸਵਾਲ ਤਾਂ ਕਈ ਸਾਰੇ ਨੇ ਪਰ ਗੱਲ ਉਹੀ ਉੱਥੇ ਹੀ ਆ ਜਾਂਦੀ ਹੈ ਕਿ ਸਵਾਲ ਪੁੱਛੇ ਕੌਣ ਇਹ ਸਵਾਲ ਕੱਲੇ ਇੱਕ ਮੰਚ ਦੇ ਉੱਪਰ ਬੈਠ ਕੇ ਇੱਕ ਦੋ ਬੰਦੇ ਨਹੀਂ ਪੁੱਛ ਸਕਦੇ ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਅਸੀਂ ਸਾਰੇ ਵੇਖੀਏ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਪੰਜਾਬ ਦੇ ਹਾਲਾਤ ਕੀ ਬਣ ਰਹੇ ਨੇ ਤੇ ਅਸੀਂ ਸਾਰੇ ਸਵਾਲ ਪੁੱਛੀਏ ਗੱਲ ਤਾਂ ਬਣਦੀ ਹੈ ਪਰ ਆਪਾਂ ਗੱਲ ਬਣ ਨਹੀਂ ਦੇਣੀ ਕਿਉਂਕਿ ਜਿੱਥੇ ਬੋਲਣਾ ਚਾਹੀਦਾ ਉੱਥੇ ਅਸੀਂ ਚੁੱਪ ਵੱਟ ਲੈਣੀ ਆ ਤੇ ਜਿੱਥੇ ਚੁੱਪ ਰਹਿਣਾ ਚਾਹੀਦਾ ਉੱਥੇ ਆਪਾਂ ਫਾਫਾ ਕਰਨ ਲੱਗ ਜਾਣੀ ਆ ਸੋ ਜਿੰਨੀ ਦੇਰ ਤੱਕ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਵੀ ਸ਼ਬਦ ਕਿਵੇਂ ਮੂੰਹ ਦੇ ਵਿੱਚੋਂ ਕੱਢਣੇ ਆ ਤੋਲ ਕੇ ਕਿਵੇਂ ਬੋਲਣਾ ਤੇ ਘੱਟ ਸ਼ਬਦਾਂ ਦੇ ਨਾਲ ਆਪਣਾ ਸੁਨੇਹਾ ਕਿਵੇਂ ਪਹੁੰਚਾਉਣਾ ਬੰਦੇ ਦੇ ਖਾਨੇ ਦੇ ਵਿੱਚ ਗੱਲ ਕਿਵੇਂ ਪਾਉਣੀ ਆ ਉਨੀ ਦੇਰ ਤੱਕ ਕੱਖ ਨਹੀਂ ਬਣਨਾ ਬਿਲਕੁਲ ਸਹੀ ਤੇ ਸਿਰਫ ਫੇਸਬੁੱਕ ਦੇ ਉੱਪਰ ਨੇਰੀ ਲਿਆਉਣ ਨਾਲੋਂ ਚੰਗਾ ਸੋਸ਼ਲ ਮੀਡੀਆ ਦੇ ਉੱਪਰ ਨੇਰੀ ਲਿਆਉਣ ਨਾਲੋਂ ਚੰਗਾ ਹੈ ਵੀ ਆਪਣੇ ਦਿਮਾਗ ਦੇ ਅੰਦਰ ਜਿਹੜੇ ਵਿਚਾਰਾਂ ਦੇ ਜਵਾਰ ਭੱਟ ਹੈ ਉਹ ਕਹਿੰਦੇ ਕਿ ਫਟਣੇ ਚਾਹੀਦੇ ਨੇ ਤਾਂ ਜੋ ਜਦੋਂ ਕੋਈ ਸਾਹਮਣੇ ਆਵੇ ਜ਼ਿੰਮੇਵਾਰ ਬੰਦਾ ਤੇ ਅਸੀਂ ਉਹਨੂੰ ਸਵਾਲ ਕਰ ਸਕੇ ਵੀ ਹਾਂ ਵੀ ਆਹ ਚੀਜ਼ ਇਦਾਂ ਤੇ ਇਦਾਂ ਕਿਉਂ ਨਹੀਂ ਹੈ ਮੈਨੂੰ ਇੱਕ ਬੰਦਾ ਕਹਿੰਦਾ ਵੀ ਪੰਜਾਬ ਦੇ ਵਿੱਚ ਨਾ ਸੱਚੇ ਨੇਤਾਵਾਂ ਦੀ ਬਹੁਤ ਘਾਟ ਆ ਸੱਚੇ ਨੇਤਾ ਮਿਲਦੇ ਨਹੀਂ ਤੇ ਮੈਂ ਕਿਹਾ ਚੰਬਲ ਘਾਟੀ ਦਾ ਡਾਕੂ ਸੀਗਾ ਧਰਮਵੀਰ ਗਾਂਧੀ ਉਹ ਸੱਚਾ ਹੀ ਸੀ ਹਰਾਤਾ ਜੀ ਬਿਲਕੁਲ ਸਹੀ ਹਰਮਨ ਜੀ ਪਿੱਛੇ ਜੇ ਨਾ ਇੱਕ ਬਾਦਸ਼ਾਹ ਦਾ ਗਾਣਾ ਆਇਆ ਸੀ ਇਹ ਲੜਕੀ ਪਾਗਲਾ 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 ਮੈਂ ਬੜਾ ਹੈਰਾਨ ਹੋਇਆ ਇਸ ਗੱਲ ਦੇ ਉੱਤੇ ਵੀ ਇਦਾਂ ਦੇ ਗਾਣੇ ਵੀ ਚੱਲ ਜਾਂਦੇ ਆ ਵਿਊ ਲਗਾਤਾਰ ਵਧੀ ਜਾਂਦੇ ਸੀਗੇ ਕਰੋੜਾਂ ਵਿਊ ਹੋ ਗਿਆ ਮਿੰਟਾਂ ਸਕਿੰਟਾਂ ਦੇ ਵਿੱਚ ਘੰਟਿਆਂ ਦੇ ਵਿੱਚ ਫਿਰ ਮੈਂ ਸੋਚਿਆ ਵੀ ਜੇ ਅੱਗੋਂ ਕੁੜੀ ਨੇ ਕਹਿਣਾ ਸ਼ੁਰੂ ਕਰਤਾ ਵੀ ਤੂੰ ਕਿਹੜਾ ਚੰਗਾ ਹੈ ਚੰਗਾ ਹੈ ਚੰਗਾ ਹੈ ਤੂੰ ਤਾਂ ਮਹਾ ਪਾਗਲਾ 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 ਇਹ ਵੀ ਗਾਣਾ ਹਿੱਟ ਹੋ ਜਾਣਾ ਪਰ ਹੁਣ ਵਿਚਲੀ ਕੁੰਡੀ ਸਾਹਮਣੇ ਆਈ ਆ ਕਹਿੰਦੇ ਵੀ ਬਾਦਸ਼ਾਹ ਨੇ 72 ਲੱਖ ਰੁਪਈਆ ਦੇ ਕੇ ਇਸ ਗਾਣੇ ਦੇ ਵਿਊ ਵਧਾਏ ਸੀਗੇ ਮੁੰਬਈ ਦੀ ਅਪਰਾਧ ਸ਼ਾਖਾ ਜਿਹੜੀ ਕ੍ਰਾਈਮ ਬ੍ਰਾਂਚ ਹੈ ਉਹਦੇ ਵੱਲੋਂ ਬਾਦਸ਼ਾਹ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਆ ਬਾਦਸ਼ਾਹ ਕਹਿੰਦਾ ਵੀ ਭਾਈ ਮੈਂ
ਇਹੋ ਜਿਹੇ ਕੰਮਾਂ ਦੇ ਵਿੱਚ ਨਹੀਂਗਾ। ਮੈਂ ਤਾਂ ਸੱਚੀ ਮੁੱਚੀ ਆਰਗੈਨਿਕ ਜੈਵਿਕ ਵਿਊ ਲੈਣਾ। ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂਗਾ। ਐਵੇਂ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ। ਮੈਂ ਤਾਂ ਚੰਗਾ ਭਲਾ ਬੰਦਾ, ਮੇਰਾ ਤਾਂ ਨਾਮ ਬਹੁਤ ਵਿਕਦਾ, ਪਰ ਮੇਰੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆਉਣ ਲੱਗ ਪਿਆ, ਪਤਾ ਨਹੀਂ ਦੇਖੋ ਬਾਦਸ਼ਾਹ ਸੱਚਾ ਜਾਂ ਕੌਣ ਸੱਚਾ ਕੌਣ ਝੂਠਾ। ਬਈ ਨਾ ਉਹ ਲੋਕ ਪਤਾ ਨਹੀਂ ਕਿਹੜੇ ਪਾਸੇ ਰਹਿੰਦੇ ਆ ਜਿਹੜੇ ਲੋਕ ਇੱਕਦਮ ਪੰਜਾਬੀ ਗਾਣੇ ਨੂੰ ਟੁੱਟ ਕੇ ਪੈ ਜਾਂਦੇ ਆ। ਬਿਲਕੁਲ ਸਹੀ। ਕਦੇ ਕਦੇ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਵੀ YouTube ਦੇ ਉੱਤੇ ਕਲਾਕਾਰ ਦੇ ਇੱਕ ਗਾਣੇ ਦਾ 150 ਮਿਲੀਅਨ ਵਿਊ ਆ ਜੀ, ਪਰ ਜਦੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਤੇ ਪ੍ਰਮੋਟਰ ਪਿੱਟੀ ਜਾਂਦਾ ਹੁੰਦਾ ਵੀ 100 ਬੰਦਾ ਇਕੱਠਾ ਨਹੀਂ ਹੋਇਆਗਾ। ਵੀ ਉਹ ਬੰਦੇ ਆਉਂਦੇ ਕਿਉਂ ਨਹੀਂ ਕਿਤੇ? ਨਹੀਂ, ਪਰ ਕਈ ਵਾਰ ਤਾਂ ਟਾਣਾ ਸਾਹਿਬ ਹੋਰ ਵੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਵੀ ਇੰਨੀ ਤਾਂ ਸਾਡੀ ਪੰਜਾਬੀ ਬੋਲੀ ਨਾਲ ਜੁੜੇ ਹੋਏ ਲੋਕਾਂ ਦੀ ਜਨਸੰਖਿਆ ਨਹੀਂ ਹੈਗੀ ਜਿੰਨੇ ਕਈ ਵਾਰ ਗਾਣੇ ਨੂੰ ਵਿਊ ਹੋਏ ਹੁੰਦੇ ਆ। ਵੀ ਪਤਾ ਨਹੀਂ ਉਹਨਾਂ ਨੂੰ ਉਹ ਗੀਤ ਕਿਵੇਂ ਸਮਝ ਆ ਜਾਂਦੇ ਨੇ ਜਿਹੜੇ ਗੈਰ ਪੰਜਾਬੀ ਲੋਕ ਨੇ, ਹਨਾ। ਚਲੋ ਜੇ ਆਉਂਦੇ ਵੀ ਹੋਣ ਤਾਂ ਕੁਝ ਘੰਟਿਆਂ 'ਚ, ਕੁਝ ਮਿੰਟਾਂ ਦੇ ਵਿੱਚ, ਕਦੇ ਨਹੀਂ ਸਾਰੇ ਲੋਕ ਵਿਹਲੇ ਨਹੀਂ ਬੈਠੇ ਵੀ ਗਾਣਾ ਆਵੇ ਅਸੀਂ ਫਟਾਫਟ ਵੇਖੀਏ ਤੇ ਦੱਸੀਏ ਵੀ ਕਿਵੇਂ ਦਾ ਕਿਵੇਂ ਦਾ ਨਹੀਂ। ਇਹ ਇੱਕ ਬਹੁਤ ਵੱਡਾ ਮਾਫੀਆ ਜੀ। ਇਹ ਸਾਰੇ ਨਹੀਂ ਆਪਾਂ ਇੱਕੋ ਰੱਸੇ ਬੰਨ ਸਕਦੇ, ਪਰ ਵੱਡੀ ਗਿਣਤੀ ਦੇ ਵਿੱਚ ਕਲਾਕਾਰ ਇਹੋ ਜਿਹੇ ਜਿਹੜੇ ਕਿ 5-5, 10-10, 15-15 ਲੱਖ ਰੁਪਏ ਦੀ ਐਡ ਲਾਉਂਦੇ ਆ, ਜਿਹੜੇ ਕਿ ਆਪਣੇ ਵਿਊ ਵਧਾਉਂਦੇ ਵੀ ਆ। ਉਹਨਾਂ ਨੂੰ ਇਹ ਲੱਗਦਾ ਜੀ ਕਿ ਸਾਡਾ ਪ੍ਰਭਾਵ ਬਹੁਤ ਵੱਡਾ ਸਿਰਜਿਆ ਜਾਣਾ। ਜਦੋਂ ਕੋਈ ਅਗਲੀ ਕੰਪਨੀ ਦੇਖੂਗੀ ਵੀ ਇਹਦਾ ਪਿਛਲਾ ਗਾਣਾ 50 ਮਿਲੀਅਨ ਚੱਲਿਆ, 50 ਮਿਲੀਅਨ ਲੋਕਾਂ ਨੇ ਵੇਖਿਆ, ਤੇ ਸਾਡੀ ਬਹੁਤ ਬੱਲੇ ਬੱਲੇ ਹੋ ਜਾਣੀ ਆ। ਪੈਸਾ ਟਕਾ ਸਾਡੇ ਕੋਲੇ ਸੋਹਣਾ ਆਊਗਾ, ਸਾਡਾ ਪ੍ਰਭਾਵ ਸੋਹਣਾ ਬਣਦਾ। ਪਰ ਹਕੀਕਤ ਹਕੀਕਤੀ ਹੁੰਦੀ ਹੈ, ਗਲਤ ਗੱਲ ਗਲਤੀ ਜਾਪਦੀ ਹੈ। ਕਦੇ ਕਦੇ ਹੈਰਾਨੀ ਹੁੰਦੀ ਹੈ ਵੀ ਯਾਰ ਇਸ ਗਾਣੇ ਦਾ ਨਾਂ ਤਾਂ ਕਦੇ ਸੁਣਿਆ ਨਹੀਂ। ਅਸੀਂ ਯੁਗਾਂਡਾ ਥੋੜੀ ਰਹਿੰਦੇ ਆ, ਅਸੀਂ ਵੀ ਤਾਂ ਪੰਜਾਬ 'ਚ ਹੀ ਰਹਿੰਦੇ ਆ, ਪਰ ਸਾਡੇ ਤੋਂ ਬਿਨਾ ਕਿਹੜਾ ਹੋਇਆ ਜਿਹੜਾ ਇੰਨਾ ਗਾਣਾ ਦੇਖ ਗਿਆ? ਜੀ ਦੇਖੋ, ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਵੀ ਹੁਣ ਤਾਂ ਵੈਸੇ ਹੀ ਇਹਨਾਂ ਨੂੰ ਇਹ ਕੰਮ ਬੰਦ ਕਰ ਦੇਣਾ ਚਾਹੀਦਾ ਜਿਹੜੇ ਮੁੱਲ ਦੇ ਵਿਊਜ਼ ਨੇ, ਲਾਈਕਸ ਨੇ ਉਹ ਲੈਣ ਦਾ, ਕਿਉਂਕਿ ਕੰਪਨੀਆਂ ਵੀ ਸਭ ਜਾਣਦੀਆਂ ਨੇ ਵੀ ਕਿਹੜਾ ਅਸਲ 'ਚ ਚੱਲਦਾ ਕਿਹੜਾ ਨਹੀਂ ਚੱਲਦਾ, ਜਾਂ ਵਿਊ ਲਾਈਕ ਕਿਵੇਂ ਲਏ ਜਾਂਦੇ ਨੇ, ਤੇ ਆਮ ਲੋਕ ਵੀ ਜਾਣਦੇ ਨੇ। ਪਰ ਆਪਣੀ ਹਉਮੈ ਨੂੰ ਪੱਠੇ ਪਾਉਣ ਦੇ ਲਈ ਆ ਜਿਹੜਾ ਤਰੀਕਾ ਵਰਤਿਆ ਜਾਂਦਾ ਗਾਇਕਾਂ ਦੇ ਵੱਲੋਂ, ਕੁਝ ਕੁ ਦੇ ਵੱਲੋਂ, ਇਹ ਪਤਾ ਨਹੀਂ ਉਹ ਕਿਵੇਂ ਖੁਸ਼ ਹੋ ਜਾਂਦੇ ਨੇ ਆਪ ਹੀ ਆਪਣੇ ਬਾਰੇ 'ਚ ਪੈਸੇ ਦੇ ਕੇ ਕਹਾ। ਹੁਣ ਨਾ ਤੁਸੀਂ ਤੁਲਨਾ ਕਰਕੇ ਦੇਖੋ ਵੀ ਮਨਮੋਹਨ ਵਾਰਿਸ ਦਾ ਬੜਾ ਖੂਬਸੂਰਤ ਗਾਣਾ ਆਇਆ ਜੀ, ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਰੋਲਤੀ। ਕਮਲ ਹੀਰ ਨੇ ਤੇ ਮਨਮੋਹਨ ਵਾਰਿਸ ਨੇ ਇਹ ਗੀਤ ਗਾਇਆ। ਖੇਤੀ ਆਰਡੀਨੈਂਸ ਜਿਹੜੇ ਲਿਆਂਦੇ ਗਏ ਆ ਉਹਨਾਂ ਦੇ ਖਿਲਾਫ ਗਾਇਆ। ਪੰਜਾਬ ਦੀ ਕਿਸਾਨੀ ਨੂੰ ਦਰਪੇਸ਼ ਚੁਣੌਤੀਆਂ ਦੇ ਬਾਰੇ ਇਹ ਗੀਤ ਗਾਇਆ ਗਿਆ, ਤੇ ਇਹ ਮੇਰਾ ਖਿਆਲ 29ਵੇਂ ਨੰਬਰ ਦੇ ਉੱਤੇ ਟ੍ਰੈਂਡਿੰਗ ਦੇ ਮਾਮਲੇ ਦੇ। ਜੀ ਇਹ ਜਿਹੜਾ ਗੀਤ ਹੈ ਇਹਦੇ ਹੁਣ ਤੱਕ, ਕਿਉਂਕਿ 8 ਅਗਸਤ ਨੂੰ ਇਹ ਗੀਤ ਜਿਹੜਾ YouTube ਦੇ ਉੱਪਰ ਪਾਇਆ ਗਿਆ ਸੀ, ਔਰ ਇਹਦੇ ਹੁਣ ਤੱਕ ਜਿਹੜੇ ਵਿਊਜ਼ ਨੇ ਉਹ 3,46,493 ਵਿਊ ਨੇ, ਔਰ 26ਵੇਂ ਨੰਬਰ ਤੇ ਟ੍ਰੈਂਡਿੰਗ ਦੇ ਉੱਪਰ ਆ। ਜੇ ਹਰਭਜਨ ਮਾਨ ਦੀ ਗੱਲ ਕਰਾਂ ਤਾਂ ਉਹਨਾਂ ਨੇ ਵੀ ਪਿਛਲੇ ਦਿਨੀ ਇੱਕ ਬਹੁਤ ਖੂਬਸੂਰਤ ਗਾਣਾ ਜਿਹੜਾ ਉਹ ਕੱਢਿਆ, ਕਿੱਸਾ ਪੂਰਨ ਭਗਤ। ਇਹ ਜਿਹੜਾ ਗਾਣਾ 7 ਅਗਸਤ ਨੂੰ YouTube ਤੇ ਪਾਇਆ ਗਿਆ ਸੀ, 45ਵੇਂ ਨੰਬਰ ਤੇ ਟ੍ਰੈਂਡਿੰਗ ਦੇ ਉੱਪਰ ਆ ਇਹ ਗਾਣਾ, ਔਰ ਇਹਦੇ ਵਿਊਜ਼ ਨੇ 3,27,877। ਜਦੋਂ ਤੱਕ ਅਸੀਂ ਇਹ ਪ੍ਰੋਗਰਾਮ ਸਾਂਝਾ ਕਰ ਰਹੇ ਹਾਂ ਉਦੋਂ ਤੱਕ ਵਿਊ ਇੰਨੇ ਆ, ਹੋ ਸਕਦਾ ਆਉਂਦੇ ਘੰਟੇ ਦੇ ਵਿੱਚ ਹੋਰ ਵੱਧ ਜਾਣ। ਪਰ ਸਵਾਲਾਂ ਦਾ ਸਵਾਲ ਇਹ ਹੈ ਵੀ ਹਰਭਜਨ ਮਾਨ, ਕਮਲ ਹੀਰ, ਮਨਮੋਹਨ ਵਾਰਿਸ ਜਾਂ ਇਸ ਪਾਲ ਦੇ ਹੋਰ ਬਹੁਤ ਸਾਰੇ ਕਲਾਕਾਰ ਆ ਜਿਹਦੇ ਵਿੱਚ ਕੰਵਰ ਗਰੇਵਾਲ ਦੇ ਵੀ ਨਵੇਂ ਗਾਣੇ ਆਏ ਆ, ਇਹ ਤਾਂ ਮਿਲੀਅਨਾਂ ਦੇ ਹਿਸਾਬ ਦੇ ਨਾਲ ਹੁੰਦੇ ਨਹੀਂ, ਨਾਲੇ ਘਰ ਘਰ ਸੁਣੇ ਜਾਣ ਵਾਲੇ ਇਹ ਕਲਾਕਾਰ ਆ। ਕਾਰਨ ਇਹ ਹੈ ਵੀ ਇਹਨਾਂ ਨੇ ਵਿਊ ਵਧਾਉਣ ਦੇ ਲਈ ਇਸ਼ਤਿਹਾਰ ਨਹੀਂ ਦਿੱਤਾ, ਇਹਨਾਂ ਨੇ ਪੈਸਾ ਨਹੀਂ ਖਰਚ ਕੀਤਾ। ਸੋ ਇਸ ਕਰਕੇ ਭਾਈ ਅਸਲੀ ਤੇ ਨਕਲੀ ਚੀਜ਼ ਵਿਚਲਾ ਅੰਤਰ ਸਮਝ ਗਏ। ਇਹ ਸੱਚੀ ਮੁੱਚੀ ਚੰਗੀ ਗਾਇਕੀ ਹੈ ਜਿਹੜੀ ਉਹ ਅੱਗੇ ਆਉਣੀ ਚਾਹੀਦੀ ਹੈ, ਤੇ ਜਿਹੜੇ ਨਕਲੀ ਚੀਜ਼ ਇਹ ਹੈਗੇ ਆ ਜਿਹੜੇ ਕਿ ਨਕਲਾਂ ਮਾਰਦੇ ਵੀ ਭਾਈ ਸਾਡਾ ਵਿਊ ਐ ਹੋ ਗਿਆ, ਅਸੀਂ ਬੰਬ ਬੁਲਾਤੇ, ਅਸੀਂ ਕਮਾਲ ਕਰਤੀ, ਉਹਨਾਂ ਨੂੰ ਇੱਕੋ ਸਵਾਲ ਕਰਿਆ ਕਰੋ ਵੀ ਤੁਹਾਡੀ ਫਿਲਮ ਤਾਂ 20 ਬੰਦੇ ਦੀ ਵਿਖੜ ਜਾਂਦੇ, ਉਦਾਂ ਤੁਸੀਂ ਕਹਿ ਦਿੰਦੇ ਵੀ 200 ਮਿਲੀਅਨ ਸਾਡਾ ਇੱਕ ਗਾਣਾ ਚੱਲੇ ਜਾਂਦਾ। ਸੋ ਇਹ ਸਾਰਾ ਕੁਝ ਨਕਲੀ ਆ। ਬਿਲਕੁਲ ਸਹੀ, ਥੋੜਾ ਜਿਹਾ ਸਮਝੋ। ਜੱਜ ਦਾ ਵਿਚਾਰ। ਟਾਣਾ ਸਾਹਿਬ, ਅੱਜਕੱਲ ਬੱਬੂ ਮਾਨ ਦੀ ਇੱਕ ਜਿਹੜੀ ਪੋਸਟ ਹੈ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਦੇਖੋ, ਉਹ ਮੈਨੂੰ ਨਿੱਜੀ ਤੌਰ ਦੇ ਉੱਤੇ ਵੀ ਚੰਗੀ ਲੱਗੀ ਆ। ਉਹਨੇ ਨਾ ਉਹ ਇੰਸਟਾਗ੍ਰਾਮ ਦੇ ਉੱਤੇ ਪਾਈ ਆ, ਨਾਲ ਇੱਕ ਟਰੈਕਟਰ ਖੜਾ ਕੀਤਾ ਤੇ ਟਰੈਕਟਰ ਦੇ ਮੂਹਰੇ ਲਿਖਿਆ ਹੋਇਆ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਤੇ ਇਹ ਵੀ ਗੱਲ ਕਹੀ ਆ ਵੀ ਜਿਹੜੇ ਵੀ ਮੇਰੇ ਚਾਹਣ ਵਾਲੇ ਆ ਉਹ ਆਪਣੇ ਟਰੈਕਟਰਾਂ ਦੇ ਉੱਤੇ, ਉਹ ਆਪਣੀਆਂ ਕਾਰਾਂ ਜੀਪਾਂ ਦੇ ਉੱਤੇ, ਉਹ ਆਪਣੇ ਜਿੰਨੇ ਵੀ ਵਹੀਕਲ, ਸਕੂਟਰਾਂ ਦੇ ਉੱਤੇ, ਮੋਟਰਸਾਈਕਲਾਂ ਦੇ ਉੱਤੇ ਇਹ ਲਿਖੋ ਕਿ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਗੱਲ ਤਾਂ ਆਪਣੇ ਆਪ ਦੇ ਵਿੱਚ ਬਹੁਤ ਸੋਹਣੀ ਆ। ਅੱਜ ਪੰਜਾਬ ਦੀ ਕਿਸਾਨੀ ਕਿਹੜੇ ਰਾਹ ਨੂੰ ਤੁਰੀ ਹੋਈ ਆ, ਗਾਉਣ ਵਾਲੇ ਤਾਂ ਗੱਲ ਹੀ ਨਹੀਂ ਕਰਦੇ। ਗਾਉਣ ਵਾਲੇ ਤਾਂ ਇਹ ਕਹਿੰਦੇ ਵੀ GT ਰੋਡ ਦੇ ਉੱਤੇ ਤੇਰੇ ਯਾਰ ਦੇ 35 ਕਿੱਲੇ ਆ ਤੇ 5 ਕਿੱਲੇ ਵੇਚ ਕੇ ਤੈਨੂੰ ਮੈਂ ਹੀਰਿਆਂ ਦੇ ਵਿੱਚ ਜੜ ਦੂੰਗਾ, ਮੈਂ ਤੇਰੇ ਲਈ ਇਹੋ ਜਿਹੀ ਝਿੰਬਰ ਸੂਈ ਲਾਉਂਗਾ, ਮੈਂ ਤੇਰੇ ਲਈ ਇਹੋ ਜਿਹਾ ਕੋਕਾ ਲੈ ਦੂੰ, ਇਹੋ ਜਿਹੀ ਤੇਰੇ ਲਈ ਰਾਣੀ ਹਾਰ ਲੈ ਦੂੰ। ਵੀ ਭਾਈ ਲੋਕ ਵਿਹੜੇ ਰਹਿ ਜਾਣਗੇ। ਤੇ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਬਾਪੂ ਖੁਦਕੁਸ਼ੀਆਂ ਕਰਨ ਬਾਰੇ ਸੋਚੀ ਜਾਂਦਾ। ਉਹ ਬਾਪੂ ਇਹ ਸੋਚਦਾ ਵੀ ਰੱਸਾ ਕਿੱਥੋਂ ਮਿਲਣਾ, ਤੇ ਮੁੰਡਾ ਇਹਦਾ ਪੈਸੇ ਪੂਸੇ ਖਰਚ ਕਰਕੇ ਤੇ ਗਾਣਾ ਕਰਕੇ ਕਹੀ ਜਾਂਦਾ ਹੁੰਦਾ ਵੀ ਜੱਟ ਦੀ ਟੌਰ ਬੜੀ ਆ, ਔਡੀ ਦੇ ਵਿੱਚ ਯਾਰ ਤੇਰਾ ਆਇਆ ਆਉਂਦਾ, ਹੈਲੀਕਾਪਟਰ ਤੋਂ ਥੱਲੇ ਜਦੋਂ ਮਰਜੀ ਉਤਰਿਆ ਆਉਣਾ, ਜਦੋਂ ਮਰਜੀ ਚੜ ਜਾਂਦਾ। ਐਡੀਆਂ ਫੁਕਰੀਆਂ ਮਾਰਦੇ ਆ, ਇੰਨੀਆਂ ਫੁਕਰੀਆਂ ਮਾਰਦੇ ਆ ਵੀ ਕੀ ਕਵਾਂ ਤੇ ਕੀ ਨਾ ਕਵਾਂ। ਜੀ ਸਾਡੇ ਗੀਤਾਂ ਨੇ ਜੱਟ ਬਦਲ ਕੇ ਰੱਖ ਦਿੱਤਾ ਹੈ। ਜੋ ਜ਼ਮੀਨੀ ਹਕੀਕਤ ਹੈ ਉਹ ਕੁਝ ਹੋਰ ਹੈ, ਤੇ ਜੋ ਗੀਤਾਂ ਦੇ ਵਿੱਚ ਚਿੱਟੇ ਕੁੜਤੇ ਪਜਾਮੇ ਵਾਲਾ ਕੱਲਾ ਜੱਟ ਦਿਖਾਇਆ ਜਾਂਦਾ ਹੈ ਉਹ ਕੁਝ ਹੋਰ ਹੈ। ਇਹ ਦੇਖੋ ਕਿੰਨੀ ਵੱਡੀ ਚੀਜ਼ ਹੈ ਟਾਣਾ ਸਾਹਿਬ ਵੀ ਜਿਹੜੇ ਲੋਕ ਅਸਲ ਪੰਜਾਬ ਦੇ ਕਿਸਾਨ
ਦੇ ਹਾਲਾਤ ਨਹੀਂ ਜਾਣਦੇ, ਉਹ ਤਾਂ ਇਹਨਾਂ ਗੀਤਾਂ ਦੇ ਵਿੱਚ ਹੀ ਦੇਖਦੇ ਹੋਣਗੇ ਨਾ ਵੀ ਚੰਗੇ ਭਲੇ ਹਾਲਾਤ ਨੇ, ਫਿਰ ਵੀ ਪਤਾ ਨਹੀਂ ਕਿਉਂ ਕਿਸਾਨੀ ਰੁਲ ਰਹੀ ਹੈ, ਜਾਂ ਜਿਹੜੇ ਕਿਸਾਨ ਨੇ ਉਹ ਰੋਂਦੇ ਕਿਉਂ ਰਹਿੰਦੇ ਨੇ, ਪਤਾ ਨਹੀਂ ਹੈ ਨਾ। ਸੋ ਸਾਨੂੰ ਚਾਹੀਦਾ ਹੈ ਕਿ ਜੋ ਜ਼ਮੀਨੀ ਹਕੀਕਤ ਹੈ ਕਦੀ ਉਹਦੀ ਵੀ ਗੱਲ ਕਰੀਏ। ਕਦੇ ਗਾਉਣ ਵਾਲੇ ਨਾ ਜਿਹੜੇ ਬਹੁ ਗਿਣਤੀ ਜਿਹੜੇ ਗਾਉਣ ਵਾਲੇ ਸਾਰਿਆਂ ਨੂੰ ਮੈਂ ਇੱਕੋ ਰਸੇ ਨਹੀਂ ਬੰਨਦਾ ਜੀ। ਜਿਹੜੇ ਕਿਸਾਨਾਂ ਦੇ ਬਾਰੇ ਇਹ ਗੱਲ ਕਹਿੰਦੇ, ਜੱਟ ਦੇ ਬਾਰੇ ਇਹ ਗੱਲ ਕਹਿੰਦੇ ਆ ਵੀ ਇਹ ਤਾਂ ਮੇਲੇ ਲਾ ਦਿੰਦਾ, ਇਹ ਜੱਟ ਨੂੰ ਕੋਈ ਪਰਵਾਹ ਨਹੀਂ, ਇਹ ਤਾਂ ਕੁੱਤਿਆਂ ਦਾ ਸ਼ੌਂਕੀ ਆ, ਇਹਨੇ ਤਾਂ ਘਰ ਦੇ ਵਿੱਚ ਟਰੈਕਟਰ ਵੱਡੀ ਗਿਣਤੀ 'ਚ ਖੜੇ ਕੀਤੇ ਆ, ਇਹ ਤਾਂ ਸ਼ੌਂਕੀ ਬੰਦਾ, ਇਹ ਨਾਰਾਂ ਦਾ ਸ਼ੌਂਕੀ ਹੈ, ਹਥਿਆਰਾਂ ਦਾ ਸ਼ੌਂਕੀ ਆ, ਇਹ ਮੋਟਰ ਦੇ ਉੱਤੇ ਬੈਠ ਕੇ ਬਸ ਕੁੱਕੜੀ ਚੂੜਦਾ ਰਹਿੰਦਾ, ਹੋਰ ਤਾਂ ਕੰਮ ਕਰਦਾ ਕੋਈ ਨਹੀਂ। ਉਹ ਮਾੜਾ ਮੋਟਾ ਇਹ ਸੋਚਣ ਵੀ ਜਦੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਨਾ ਤੇ ਨੇਤਾਵਾਂ ਦੇ ਘਰਾਂ ਦੇ ਮੂਹਰੇ ਪ੍ਰਦਰਸ਼ਨ ਕਰਦੀਆਂ ਤੇ ਮੰਗ ਪੱਤਰ ਦਿੰਦੀਆਂ ਵੀ ਖੇਤੀ ਆਰਡੀਨੈਂਸ ਵਾਪਸ ਲਿਆ ਜਾਵੇ, ਉਹਨਾਂ ਦੀ ਮਨੋਦਸ਼ਾ ਕੀ ਹੋਊਗੀ, ਉਹਨਾਂ ਦੇ ਮਨ ਦੇ ਉੱਤੇ ਕੀ ਬੀਤਦਾ। ਨਾ ਤਾਂ ਇਸ ਵਕਤ ਫਸਲਾਂ ਦਾ ਪੂਰਾ ਮੁੱਲ ਮਿਲਦਾ, ਕਦੇ ਇਹੋ ਜਿਹਾ ਗਾਣਾ ਵੀ ਗਾ ਲਓ ਵੀ ਸਵਾਮੀਨਾਥਨ ਫਾਰਮੂਲਾ ਲਾਗੂ ਨਹੀਂ ਹੁੰਦਾ, ਕਦੇ ਇਹੋ ਜਿਹਾ ਗਾਣਾ ਵੀ ਗਾ ਲਓ ਵੀ ਕਿਸਾਨੀ ਆ ਜਿਹੜੀ ਉਹ ਕਿਹੜੇ ਰਾਹ ਤੇ ਤੁਰ ਪਈ ਆ, ਆਪਣੀਆਂ ਗਲਤੀਆਂ ਲਾ ਲਓ ਜਾਂ ਸਰਕਾਰੀ ਗਲਤੀਆਂ ਲਾ ਲਓ, ਕਦੇ ਕੁਦਰਤ ਦੀ ਕਰੋਪੀ ਬਾਰੇ ਵੀ ਗਾਣੇ ਗਾ ਲਓ, ਪਰ ਨਹੀਂ ਮੰਨਦੇ। ਦੇਖੋ ਸਭ ਤੋਂ ਵੱਡੀ ਚੀਜ਼ ਤੁਹਾਨੂੰ ਯਾਦ ਹੋਗਾ, ਪਿਛਲੇ ਦਿਨੀ ਜਦੋਂ ਆਪਾਂ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਬਾਹਰ ਨਿਕਲੇ ਤੇ ਆਪਾਂ ਵੇਖਿਆ ਕਿ ਜਿਹੜਾ ਸੜਕ ਕੰਢੇ ਝੋਨਾ ਲੱਗਿਆ ਹੋਇਆ, ਜਿਹੜੀ ਜ਼ਮੀਨ ਸੜਕ ਦੇ ਨਾਲ ਲੱਗਦੀ ਆ, ਉਹ ਸਾਰਾ ਝੋਨਾ ਜਿਹੜਾ ਉਹਦੇ ਹੇਠ ਪਾਣੀ ਹੈ ਹੀ ਨਹੀਂ ਸੀ, ਸੁੱਕਿਆ ਪਿਆ ਸੀ। ਸੋਚ ਕੇ ਵੇਖੋ ਉਸ ਕਿਸਾਨ ਦੇ ਮਨ ਦੇ ਉੱਪਰ ਕੀ ਬੀਤਦੀ ਹੋਊਗੀ, ਜਦੋਂ ਇੱਕ ਤਾਂ ਉਧਰ ਜਿਹੜੀ ਕੁਦਰਤ ਹੈ ਉਹ ਕਰੋਪੀ ਤੇ ਹੋਈ ਹੈ, ਦੂਸਰੇ ਬੰਨੇ ਜਿਹੜਾ ਜ਼ਮੀਨ ਹੇਠਲਾ ਪਾਣੀ ਹੈ ਉਹ ਕਿੰਨਾ ਹੇਠਾਂ ਚਲਾ ਗਿਆ ਕਿ ਉਹ ਵਿਚਾਰੇ ਦੀ ਖੇਤੀ ਜਿਹੜੀ ਉਹ ਹੋ ਨਹੀਂ ਪਾ ਰਹੀ। ਹਾਲਾਂਕਿ ਆਪਾਂ ਕਹਿੰਦੇ ਆ ਵੀ ਕਣਕ ਤੇ ਝੋਨੇ ਦੇ ਜਿਹੜਾ ਇਹ ਜੰਜਾਲੇ ਤੋਂ ਬਾਹਰ ਆਉਣਾ ਚਾਹੀਦਾ ਹੈ ਕਿਸਾਨ ਨੂੰ, ਪਰ ਕਿਸਾਨ ਕੀ ਕਰੇ, ਨਾ ਮੰਡੀਕਰਨ ਹੈ, ਨਾ ਕਿਸਾਨ ਦੀ ਸੁਣੀ ਜਾਂਦੀ ਹੈ, ਨਾ ਉਹਨੂੰ ਕੋਈ ਸਬਸਿਡੀ ਦਿੱਤੀ ਜਾਂਦੀ ਹੈ, ਨਾ ਉਹਦੇ ਲਈ ਕੋਈ ਅੱਗੇ ਆ ਕੇ ਉਹਨੂੰ ਕੋਈ ਸਮਝਾਉਣ ਵਾਲਾ, ਜਾਗਰੂਕ ਕਰਨ ਵਾਲਾ ਵੀ ਤੁਸੀਂ ਆਹ ਨਹੀਂ ਆਹ ਕਰੋ। ਸੋਚ ਕੇ ਵੇਖੋ ਨਾ ਕਿਸਾਨਾਂ ਤੇ ਕੀ ਬੀਤਦੀ ਹੋਏਗੀ। ਤੇ ਦੂਜੇ ਬੰਨੇ ਗਾਣੇ ਟਰੈਕਟਰਾਂ ਦੇ ਉੱਪਰ ਆ ਵੱਜ ਰਹੇ ਹੁੰਦੇ ਵੀ ਜੱਟ ਤਾਂ ਐ ਹੈ ਤਾਂ ਜੱਟ ਤਾਂ ਐ ਕਰ ਦਊਗਾ। ਮੈਨੂੰ ਪਿਛਲੇ ਦਿਨੀ ਇੱਕ ਗਾਉਣ ਵਾਲਾ ਮਿਲਿਆ ਜਿਹੜਾ ਨਵੇਂ ਪੂਰ ਦਾ ਜੀ, ਉਹਦੇ 4-5 ਗਾਣੇ ਆਏ ਆ, ਉਹਨੇ ਵੀ ਹੋ ਸਕਦਾ ਫੇਕ ਫੂਕ ਵਿਊ ਜੇ ਬਣਾਏ ਹੋਣ। ਮੈਨੂੰ ਕਹਿੰਦਾ ਜੀ ਅੱਜ ਕੱਲ ਚੱਲਦੇ ਹੀ ਇਹੋ ਜਿਹੇ ਆ। ਮੈਂ ਕਿਹਾ ਤੇਰਾ ਤਾਂ ਇਹੋ ਜਿਹਾ ਵੀ ਨਹੀਂ ਚੱਲਿਆ, ਤੂੰ ਦੱਸ ਵੀ ਤੂੰ ਤਾਂ ਬਹੁਤ ਕੋਸ਼ਿਸ਼ਾਂ ਕੀਤੀਆਂ, ਤੂੰ ਸਾਰਾ ਕੁਝ ਕਿਹਾ, ਨਹੀਂ ਤੂੰ ਮੇਰਾ 버ਗਰ ਖਾ ਗਈ, ਨਹੀਂ ਤੈਨੂੰ ਮੈਂ ਪੀਜ਼ੇ ਖਵਾਏ, ਨਹੀਂ ਤੈਨੂੰ ਮੈਂ ਸਿਮ ਲੈ ਕੇ ਦਿੱਤੀ ਮੋਬਾਈਲ ਦੀ, ਤੈਨੂੰ ਮੈਂ ਐਪਲ ਦਾ ਫੋਨ ਲੈ ਕੇ ਦਿੱਤਾ, ਨਹੀਂ ਸੈਂਡਲ ਤੂੰ ਮੇਰੇ ਪਾਉਣੀ ਆ, ਨਹੀਂ ਪਰਾਡਾ ਦਾ ਪਰਸ ਚੱਕੀ ਫਿਰਦੀ ਆ, ਤੂੰ ਸਾਰਾ ਕੁਝ ਕੀਤਾ ਪਰ ਤੇਰਾ ਫੇਰ ਨਹੀਂ ਗਾਣਾ ਚੱਲਿਆ। ਮਤਲਬ ਇਹ ਆ ਵੀ ਤੇਰੇ ਚ ਨੁਕਸ ਆ। ਜੇਕਰ ਤੂੰ ਪੈਸੇ ਕਮਾ ਹੀ ਨਹੀਂ ਸਕਦਾ, ਜੇਕਰ ਤੇਰਾ ਗਾਣਾ ਚੱਲਣਾ ਹੀ ਨਹੀਂ, ਤਾਂ ਲਾਂਤਾਂ ਤਾਂ ਨਾ ਚਲਾ ਆਪਦੇ ਨਾਲ, ਫਿਰ ਚੱਜ ਦਾ ਗੱਲ ਆ। ਬਿਲਕੁਲ ਸਹੀ। ਤੁਸੀਂ ਇਹ ਦੇਖੋ ਬਈ ਕਿੰਨੇ ਗਾਣੇ ਆ ਜਿਹੜੇ YouTube ਦੇ ਉੱਤੇ ਹਰ ਰੋਜ਼ ਪੈਂਦੇ ਆ, ਤੇ ਕਿੰਨੇ ਕੁ ਚੱਲਦੇ ਉਹਦੇ ਵਿੱਚੋਂ 2 3 4 ਤੇ ਆਉਂਦੇ ਸੈਂਕੜਿਆਂ ਦੇ ਹਿਸਾਬ ਦੇ ਨਾਲ, ਕੋਈ ਮਾੜੀ ਮੋਟੀ ਅਕਲੀ ਕਰ ਲਈਏ ਜੀ। ਬਿਲਕੁਲ ਸਹੀ। ਰਾਣਾ ਸਾਹਿਬ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ ਤੇ ਟੀਵੀ ਦੇ ਉੱਪਰ ਇੱਕ ਪਾਪੜਾਂ ਵਾਲੀ ਐਡ ਆਉਂਦੀ ਹੁੰਦੀ ਸੀ, ਮਸ਼ਹੂਰੀ ਜੀ, ਮਸ਼ਹੂਰੀ ਆਉਂਦੀ ਹੁੰਦੀ ਸੀ। ਉਹਦੇ ਵਿੱਚ ਇੱਕ ਜਿਹੜਾ ਖਰਗੋਸ਼ ਜਿਹਾ ਉਹ ਪਾਪੜ ਖਾ ਰਿਹਾ ਹੈ, ਤੇ ਉਹ ਦੇਖ ਕੇ ਨਾ ਮਸ਼ਹੂਰੀ ਨੂੰ ਬੱਚੇ ਬੜੇ ਖੁਸ਼ ਹੁੰਦੇ ਸੀ। ਇਦਾਂ ਦੀ ਇੱਕ ਮਸ਼ਹੂਰੀ ਥੋੜੇ ਦਿਨਾਂ ਪਹਿਲਾਂ ਇੱਕ ਨੇਤਾ ਜੀ ਵੱਲੋਂ ਕੀਤੀ ਗਈ ਸੀ, ਜਿਹਦੇ ਚ ਉਹਨਾਂ ਨੇ ਕਿਹਾ ਸੀ ਭਾਬੀ ਜੀ ਪਾਪੜ ਖਾਓ ਤੇ ਕਰੋਨਾ ਨੂੰ ਦੂਰ ਭਜਾਓ। ਦੇਖੋ ਇਹ ਜਿਹੜੇ ਨੇਤਾ ਨੇ ਨਾ ਜੀ, ਇਹ ਹੈਗੇ ਮੰਤਰੀ ਜੀ, ਇਹਨਾਂ ਦਾ ਨਾਂ ਹੈਗਾ ਅਰਜਨ ਰਾਮ ਮੇਘਵਾਲ ਜੀ। ਇਹਨਾਂ ਨੇ ਪਿਛਲੇ ਦਿਨੀ ਇੱਕ ਸਮਾਗਮ ਦੇ ਵਿੱਚ ਜਾਣਾ ਠੀਕ ਸਮਝਿਆ। ਸਮਾਗਮ ਦੇ ਵਿੱਚ ਜਾ ਕੇ ਨਾ ਇਹਨਾਂ ਨੇ ਹੱਥ ਦੇ ਵਿੱਚ ਫੜਿਆ ਪਾਪੜਾਂ ਦਾ ਪੈਕਟ, ਪਾਪੜਾਂ ਦੇ ਪੈਕਟ ਤੇ ਲਿਖਿਆ ਸੀ ਭਾਬੀ ਜੀ ਪਾਪੜ ਜੀ। ਕਹਿੰਦੇ ਜੀ ਤੁਸੀਂ ਇਹ ਭਾਬੀ ਜੀ ਪਾਪੜ ਖਾਇਆ ਕਰੋ ਤੇ ਇਹਦੇ ਨਾਲ ਤੁਹਾਡੀ ਇਮਿਊਨਿਟੀ ਆ ਜਿਹੜੀ ਉਹ ਸਟਰੋਂਗ ਹੁੰਦੀ ਆ ਜੀ, ਤੇ ਫਿਰ ਨਾ ਕਰੋਨਾ ਤੁਹਾਡੇ ਨੇੜੇ ਨਹੀਂ ਆਉਂਦਾਗਾ। ਪਰ ਜਨਾਬ ਜੀ ਦੀ ਸਿਫਤ ਕਰਦੇ ਸੀਗੇ, ਉਹਨੇ ਬਚਾਇਆ ਨਹੀਂ, ਕਿਉਂਕਿ ਮੇਘਵਾਲ ਸਾਹਿਬ ਨੂੰ ਕਰੋਨਾ ਹੋ ਗਿਆ, ਆਪ ਹੁਣ ਏਮਸ ਦੇ ਵਿੱਚ ਭਰਤੀ ਆ। ਦੂਜੀ ਵਾਰ ਇਹਨਾਂ ਨੇ ਟੈਸਟ ਕੀਤਾ, ਰਿਪੋਰਟ ਫੇਰ ਪੋਜ਼ਿਟਿਵ ਨਿਕਲੀ ਆ। ਸੋ ਹੁਣ ਇਹ ਗੱਲ ਕਹਿੰਦੇ ਵੀ ਇਲਾਜ ਸਭ ਨੂੰ ਕਰਾਉਣਾ ਚਾਹੀਦਾ। ਜਿਹੜੇ ਵੀ ਮੇਰੇ ਸੰਪਰਕ ਦੇ ਵਿੱਚ ਪਿਛਲੇ 10 ਦਿਨਾਂ ਦੇ ਵਿੱਚ ਆਏ ਆ, ਉਹ ਸਾਰੇ ਦੇ ਸਾਰੇ ਭਾਈ ਆਪਣਾ ਟੈਸਟ ਕਰਵਾਉਣ ਤੇ ਇਕਾਂਤਵਾਸ ਦੇ ਵਿੱਚ ਰਹਿਣ। ਕਹਿਣ ਦਾ ਭਾਵ ਇਹ ਆ ਕਿ ਜਾਂ ਤਾਂ ਜਨਾਬ ਜੀ ਦੇ ਪਾਪੜ ਖਾਦੇ ਨਹੀਂ, ਖਾਣੇ ਭੁੱਲ ਗਏ, ਜਾਂ ਥੋੜੇ ਖਾਦੇ ਆ। ਮੈਂ ਸੋਚਦਾ ਵੀ ਇਹਨਾਂ ਦਾ ਇਲਾਜ ਕਰਾਉਣ ਦੀ ਥਾਂ ਤੇ ਨਾ 5 ਕਿਲੋ ਪਾਪੜ ਇਹਨਾਂ ਨੇ ਮੂਹਰੇ ਰੱਖ ਦੇਣੇ ਚਾਹੀਦੇ ਆ, ਵੀ ਖਾਈ ਚੱਲੋ ਤੇ ਕਰੋਨਾ ਭਜਾਈ ਚੱਲੋ। ਭਾਬੀ ਜੀ ਨੂੰ ਚਾਹੀਦਾ ਹੁਣ ਵੀ ਜਿਹੜੇ ਪਾਪੜਾਂ ਦੀ ਮਸ਼ਹੂਰੀ ਉਹਨਾਂ ਨੇ ਇਹਨਾਂ ਤੋਂ ਕਰਵਾਈ ਸੀ ਮੰਤਰੀ ਸਾਹਿਬ ਤੋਂ, ਉਹ ਪਾਪੜ ਹੁਣ ਉਚੇਚੇ ਤੌਰ ਦੇ ਉੱਪਰ ਹਸਪਤਾਲ ਦੇ ਵਿੱਚ ਦੇਣ ਜਾਣ ਤੇ ਉੱਥੇ ਡਾਕਟਰਾਂ ਨੂੰ ਕਹਿਣ ਵੀ ਤੁਸੀਂ ਕੋਈ ਦਵਾਈ ਨਾ ਦਿਓ, ਕੋਈ ਇਲਾਜ ਨਾ ਕਰੋ, ਪਾਪੜ ਹੈਗੇ ਨੇ, ਇਹ ਖਾਣਗੇ ਤਾਂ ਠੀਕ ਹੋ ਜਾਣਗੇ। ਕਦੇ ਕਦੇ ਨਾ ਹਰਮਨ ਜੀ ਮੈਂ ਇਹ ਵੀ ਸੋਚਦਾ ਵੀ ਜਿਹੜੇ ਦੁਨੀਆ ਭਰ ਦੇ ਵਿੱਚ ਵਸਦੇ ਲੋਕ ਆ, ਜਿਹੜੇ ਕਿ ਪੰਜਾਬੀ ਨਹੀਂ, ਜਿਹੜੇ ਕਿ ਭਾਰਤ ਦੀਆਂ ਬਾਕੀ ਭਾਸ਼ਾਵਾਂ ਨਹੀਂ ਸਮਝਦੇ, ਜਾਂ ਗੋਰੇ ਲਾ ਲਈਏ ਜਾਂ ਕੋਈ ਹੋਰ ਲਾ ਲਈਏ, ਜੇਕਰ ਉਹ ਭਾਰਤ ਦੇ ਨੇਤਾਵਾਂ ਦੇ ਬਿਆਨਾਂ ਦਾ ਅਨੁਵਾਦ ਕਰਕੇ ਸੁਣਨ ਜਾਂ ਪੜ੍ਹਨ, ਉਹ ਕਹਿਣਗੇ ਵੀ ਕਿਹੋ ਜਿਹੇ ਮੂਰਖ ਲੋਕ ਚੁਣਦੇ ਇੱਥੇ, ਮੂਰਖਾਂ ਦੇ ਵੱਲੋਂ ਮੂਰਖਾਂ ਨੂੰ ਕਿਵੇਂ ਚੁਣਿਆ ਜਾਂਦਾ ਇੱਥੇ। ਸੋ ਮੈਂ ਹੈਰਾਨ ਇਸ ਗੱਲ ਦੇ ਉੱਤੇ ਹੋ ਗਿਆ। ਇੱਕ ਦਲੀਪ ਘੋਸ਼ ਆ ਜੀ, ਇਹ ਜਨਾਬ ਹੈਗੇ ਪੱਛਮੀ ਬੰਗਾਲ ਦੇ ਭਾਜਪਾ ਦੇ ਪ੍ਰਧਾਨ। ਪਿਛਲੇ ਦਿਨੀ ਇਹਨਾਂ ਨੇ ਇੱਕ ਗੱਲ ਕਹੀ ਸੀ ਵੀ ਭਾਈ ਤੁਸੀਂ ਮੂਤਰ ਪੀਆ ਕਰੋ, ਤੁਹਾਡਾ ਕਰੋਨਾ ਠੀਕ ਹੋ ਜਾਣਾ। ਫਿਰ ਇਹਨਾਂ ਨੂੰ ਖੁਦ ਨੂੰ ਕਰੋਨਾ ਹੋ ਗਿਆ, ਇਹ ਠੀਕ ਹੋ ਗਏ, ਚਲੋ ਚੰਗੀ ਗੱਲ ਹੈ। ਹੁਣ ਨਵੀਂ ਤਾਜ਼ਾ ਖਬਰ ਇਹ ਆਈ ਹੈ ਕਿ ਦਲੀਪ ਘੋਸ਼ ਹੋਰਾਂ ਨੇ ਕਿਹਾ ਵੀ ਜਿਹੜੇ ਵੀ ਲੋਕ ਰਾਮ ਮੰਦਿਰ ਦੇ ਭੂਮੀ ਪੂਜਣ ਦੇ ਉੱਤੇ ਕਿੰਤੂ ਕਰਦੇ ਆ, ਇਹਨਾਂ ਲੋਕਾਂ ਨੂੰ ਸਮਝ ਨਹੀਂ ਹੈਗੀ
ਇਹਨਾਂ ਨੇ ਇਹ ਵੀ ਗੱਲ ਕਹੀ ਹੈ, ਕਹਿੰਦੇ ਜੀ ਕਿ ਰਾਮ ਮੰਦਿਰ ਦੀ ਸੰਸਕ੍ਰਿਤੀ ਮਹੱਤਵਪੂਰਨ ਹੈ, ਹਸਪਤਾਲ ਸੰਸਕ੍ਰਿਤੀ ਉਨੀ ਮਹੱਤਵਪੂਰਨ ਨਹੀਂ ਆ। ਹਾਲਾਂਕਿ ਅਸੀਂ ਇਹ ਚਾਹੁੰਦੇ ਹਾਂ ਜੀ ਕਿ ਸਭਨਾਂ ਧਰਮਾਂ ਦਾ ਸਤਿਕਾਰ ਹੋਵੇ, ਅਸੀਂ ਖੁਦ ਵੀ ਸਤਿਕਾਰ ਕਰਦੇ ਹਾਂ, ਪਰ ਇਸ ਵਕਤ ਜੇ ਇਹ ਗੱਲ ਕਹੀਏ ਵੀ ਗੁਰਦੁਆਰਾ ਜ਼ਰੂਰੀ ਆ, ਮੰਦਿਰ ਜ਼ਰੂਰੀ ਆ, ਮਸਜਿਦ ਜ਼ਰੂਰੀ ਹੈ, ਗਿਰਜਾ ਘਰ ਜ਼ਰੂਰੀ ਹੈ, ਡੇਰਾ ਜ਼ਰੂਰੀ ਹੈ, ਹਸਪਤਾਲ ਜ਼ਰੂਰੀ ਨਹੀਂ, ਤਾਂ ਫਿਰ ਇਹ ਗੱਲ ਕਿੰਨੀ ਕੁ ਤਰਕ ਵਾਲੀ ਹੈ? ਨਹੀਂ ਪਰ ਸਰ ਇਹ ਤਾਂ ਚਲੋ ਤੁਸੀਂ 2 ਮੰਤਰੀਆਂ ਦੀ ਗੱਲ ਕੀਤੀ, ਇਸ ਤੋਂ ਪਹਿਲਾਂ ਵੀ ਇੱਕ ਜਿਹੜੇ ਲਾਲਾ ਜੀ ਆਪਣੇ ਆਪ ਨੂੰ ਕਹਿੰਦੇ ਵੀ ਮੇਰਾ ਬਹੁਤ ਵੱਡਾ ਕਾਰੋਬਾਰ ਹੈ, ਉਹਨਾਂ ਨੇ ਪਿੱਛੇ ਦਾਅਵਾ ਵੀ ਕੀਤਾ ਸੀ ਕਿ ਮੈਂ ਤਾਂ ਜੀ ਕਰੋਨਾ ਦੀ ਦਵਾਈ ਵੀ ਬਣਾ ਲਈ, ਬਾਅਦ ਚ ਚਾਹੇ ਉਹ ਮੁੱਕਰ ਗਏ ਸੀ। ਉਹ ਤੁਸੀਂ ਵੇਖ ਲਓ, ਉਹਨਾਂ ਤੋਂ ਪਹਿਲਾਂ ਵੀ ਜਿਹੜੇ ਉਹਨਾਂ ਦੇ ਨਾਲ ਦੇ ਨੇ ਬਾਲ ਕ੍ਰਿਸ਼ਨ, ਮੇਰੇ ਖਿਆਲ ਉਹਨਾਂ ਦਾ ਨਾਂ ਹੈ, ਜਦੋਂ ਉਹਨਾਂ ਨੂੰ ਕੋਈ ਸਮੱਸਿਆ ਆਈ ਸੀ ਤੇ ਆਪਣੀਆਂ ਜੜੀਆਂ ਬੂਟੀਆਂ ਤੋਂ ਉਹਨਾਂ ਨੂੰ ਵੀ ਫਾਇਦਾ ਨਹੀਂ ਸੀ ਹੋਇਆ ਤੇ ਉਹ ਵੀ ਹਸਪਤਾਲ ਦੇ ਵਿੱਚ ਇਲਾਜ ਕਰਵਾ ਕੇ ਆਏ ਸੀ। ਮੈਂ ਤਾਂ ਨਾ ਹੁਣ ਇਹ ਵੀ ਸੋਚਣ ਲੱਗ ਪਿਆ ਵੀ ਨਾ ਗਵਾਂਢੀ ਦਾ ਪੋਖਾ ਆ ਜਾਂਦਾ ਜੀ, ਪੂਰਾ ਵਿਹੜਾ ਹੀ ਜੇਕਰ ਮਾੜਾ ਹੋਵੇ ਨਾ ਜੀ, ਤੇ ਉਹਦੇ ਵਿੱਚ ਕੀ ਕਹਗੇ ਤੇ ਕੀ ਨਾ ਕਹਗੇ। ਕਹਿੰਦੇ ਗਵਾਂਢੀ ਦਾ ਰੂਪ ਨਹੀਂ ਮੱਤ ਆ ਜਾਂਦੀ ਹੁੰਦੀ। ਹੁਣ ਪਤਾ ਲੱਗਾ ਜੀ ਕਿ ਜਿਹੜੇ ਸਾਡੇ ਗਵਾਂਢੀ ਆ ਨੇਪਾਲ ਦੇ ਪ੍ਰਧਾਨ ਮੰਤਰੀ, ਉਹਨਾਂ ਨੇ ਵੀ ਕਹਿਤਾ, ਉਹ ਕਹਿੰਦੇ ਵੀ ਭਾਰਤ ਦੇ ਵਿੱਚ ਜਿਹੜਾ ਰਾਮ ਮੰਦਿਰ ਬਣਾਇਆ ਜਾ ਰਿਹਾ ਇਹ ਅਸਲੀ ਨਹੀਂ ਆ। ਚਲੋ, ਭਾਰਤ ਦੇ ਵਿੱਚ ਅਯੋਧਿਆ ਨਗਰੀ ਅਸਲੀ ਨਹੀਂ ਆ, ਸਾਡੇ ਵੱਲ ਅਸਲੀ ਆ। ਅਸੀਂ ਇੱਥੇ ਵੱਡਾ ਰਾਮ ਮੰਦਿਰ ਬਣਾਵਾਂਗੇ ਤੇ ਭੂਮੀ ਪੂਜਣ ਕਰਾਂਗੇ ਦੁਸਹਿਰੇ ਦੇ ਮੌਕੇ। ਉਧਰੋਂ ਸ਼੍ਰੀਲੰਕਾ ਵਾਲੇ ਕੱਛ ਤੋਂ ਮੁੰਗਲੀ ਕੱਢ ਮਾਰਦੇ ਆ, ਕਹਿੰਦੇ ਜੀ ਰਾਵਣ ਨੇ ਦੁਨੀਆ ਦਾ ਪਹਿਲਾ ਜਹਾਜ਼ ਉਡਾਇਆ ਸੀ, ਪਾਇਲਟ ਉਹੀ ਸੀਗੇ। ਇਹ ਜਿਹੜੇ ਰਾਈਟ ਭਰਾਵਾਂ ਦਾ ਆਪਾਂ ਜ਼ਿਕਰ ਕਰਦੇ ਆ ਵੀ ਉਹਨਾਂ ਨੇ ਆਹ ਕੰਮ ਕੀਤਾ, ਉਹਨਾਂ ਨੇ ਨਵੀਂ ਖੋਜ ਕੀਤੀ ਸੀ, ਉਹ ਕਹਿੰਦੇ ਸਭ ਜ਼ੀਰੋ। ਸਰ ਖੋਜਾਂ ਤਾਂ ਇੱਥੇ ਰਡਾਰ ਬਾਰੇ ਵੀ ਵਾਵਾ ਹੋਈਆਂ ਸੀ, ਖੋਜਾਂ ਤਾਂ ਇੱਥੇ ਵਿਪਲਬ ਦੇ ਵਰਗੇ ਇਹ ਵੀ ਗੱਲ ਕਹਿ ਦਿੰਦੇ ਆ ਵੀ ਭਾਈ ਜਦੋਂ ਮਹਾਭਾਰਤ ਦਾ ਯੁੱਧ ਹੋਇਆ ਸੀ ਨਾ ਤੇ ਕਹਿੰਦੇ ਉਦੋਂ ਵੀ ਇੰਟਰਨੈਟ ਚੱਲਦਾ ਸੀਗਾ, ਪਤਾ ਨਹੀਂ ਕਿਹੜਾ ਪੈਕ ਪਵਾਉਂਦੇ ਸੀ, ਡਾਟਾ ਪਤਾ ਨਹੀਂ ਕਿੱਥੋਂ ਲੈਂਦੇ ਸੀ ਉਦੋਂ। ਸਾਡੇ ਨੇਤਾ ਜਿਹੜੇ ਐ ਕਿਸੇ ਵੀ ਤੁਸੀਂ ਵੇਖੋ ਸਾਇੰਟਿਸਟ ਤੋਂ ਕਿਸੇ ਵਿਗਿਆਨੀ ਤੋਂ ਘੱਟ ਥੋੜੀ ਹੈ, ਜਿੰਨੀਆਂ ਗੱਲਾਂ ਇਹਨਾਂ ਨੂੰ ਪਤਾ ਦੁਨੀਆ 'ਚ ਕਿਸੇ ਨੂੰ ਨਹੀਂ ਪਤਾ। ਵਾਹ ਵਾਹ, ਇਹ ਨਹੀਂ ਕਹਤਾ ਕਿਸੇ ਨੇ ਵੀ ਜੀਓ ਤਾਂ 1000 ਸਾਲ ਪੁਰਾਣੀ ਕੰਪਨੀ ਆ, ਇਹ ਉਦੋਂ ਹੀ ਸ਼ੁਰੂਆਤ ਕਰ ਦਿੱਤੀ ਗਈ ਸੀ। ਇਹ ਪਹਿਲਾਂ ਕਿਸੇ ਹੋਰ ਕੋਲੇ ਹੁੰਦੀ ਸੀ, ਅੰਬਾਨੀਆਂ ਦੇ ਕੋਲੇ ਫੇਰ ਆਈ। ਜੀ ਬਿਲਕੁਲ, ਕੁਝ ਵੀ ਕਹਿ ਸਕਦੇ ਨੇ, ਉਹਨਾਂ ਤੇ ਕਿਹੜਾ ਕੋਈ ਕਰ ਲੱਗਣਾ ਕਿ ਜਿਹੜਾ ਉਹ ਗੱਲ ਨੂੰ ਸੋਚ ਕੇ ਤੋਲ ਕੇ ਫੇਰ ਬੋਲਣਗੇ, ਉਹਨਾਂ ਨੇ ਤਾਂ ਬਸ ਕਹਿਣੀ ਹੈ, ਬਾਕੀ ਬਾਅਦ ਚ ਜੋ ਹੁੰਦਾ ਉਹ ਦੇਖੀ ਜਾਏਗੀ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਖਬਰਾਂ ਜਦੋਂ ਪੜ੍ਹਦੇ ਆ ਨਾ ਜੀ ਤਾਂ ਲਗਭਗ ਇੱਕੋ ਜਿਹੀਆਂ ਹੁੰਦੀਆਂ। ਬਿਲਕੁਲ, ਬਹੁਤੀਆਂ ਖਬਰਾਂ ਦੇ ਵਿੱਚ ਇਹ ਗੱਲ ਲਿਖੀ ਹੁੰਦੀ ਹੈ ਕਿ ਕੁੜੀ ਨੇ ਖੁਦਕੁਸ਼ੀ ਕੀਤੀ ਸਹੁਰਾ ਪਰਿਵਾਰ ਤੋਂ ਤੰਗ ਆ ਕੇ, ਜਾਂ ਕੁੜੀ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸਹੁਰਾ ਪਰਿਵਾਰ ਨੇ ਕੁੱਟੀ। ਪਰ ਇਹੋ ਜਿਹੀਆਂ ਵੀ ਕਈ ਖਬਰਾਂ ਹੁੰਦੀਆਂ ਜਿਹਦੇ ਵਿੱਚ ਉਲਟ ਹੁੰਦਾ ਸਾਰਾ ਕੁਝ। ਮੋਗੇ ਤੋਂ ਇੱਕ ਖਬਰ ਆਈ ਹੈ ਜਿੱਥੇ ਪਤਾ ਲੱਗਾ ਜੀ ਕਿ ਇੱਕ ਕੁੜੀ ਹੈ ਜਿਹੜੀ ਨੂੰਹ ਆ ਜਿਹੜੀ, ਉਹ ਲਗਾਤਾਰ ਆਪਦੇ ਟੱਬਰ ਨੂੰ ਲੈ ਕੇ ਤੇ ਸਹੁਰਾ ਪਰਿਵਾਰ ਦੇ ਉੱਤੇ ਦਬਾਅ ਬਣਾਉਂਦੀ ਹੁੰਦੀ ਸੀ। ਜਦੋਂ ਵੀ ਉਹਨਾਂ ਨੇ ਸਹੁਰਾ ਪਰਿਵਾਰ ਦੇ ਵਿੱਚ ਆਉਣਾ ਉਹਨੇ ਆਪਦੇ ਪੇਕਿਆਂ ਦੇ ਨਾਲ, ਤੇ ਉਹਨੇ ਆਵਾ ਤਵਾ ਬੋਲਣਾ, ਤੇ ਹੁਣ ਉੱਥੇ ਉਹਦੇ ਸਹੁਰੇ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਓਹੋ, ਇਹ ਟੈਣਾ ਸਾਹਿਬ ਵੈਸੇ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਪੜ੍ਹ ਚੁੱਕੇ ਹਾਂ ਤੇ ਇਹੋ ਜਿਹੀਆਂ ਹੋਰ ਕਈ ਜਿਹੜੇ ਜਿਉਂਦੇ ਜਾਗਦੇ ਮਾਮਲੇ ਆਪਣੇ ਆਲੇ ਦੁਆਲੇ ਵੀ ਲੱਭਦੇ ਨੇ ਆਪਾਂ ਨੂੰ। ਪਰ ਗੱਲ ਇਹ ਹੈ ਕਿ ਪਤਾ ਨਹੀਂ, ਆਪਾਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਜਦੋਂ ਤੋਂ ਕਾਨੂੰਨ ਔਰਤਾਂ ਦੇ ਹੱਕ ਦੇ ਵਿੱਚ ਹੋਇਆ ਨਾ, ਉਸ ਤੋਂ ਬਾਅਦ ਇਸ ਕਾਨੂੰਨ ਦੀ ਜਿਹੜੀ ਕਹਿ ਲਓ ਗਲਤ ਤਰੀਕੇ ਨਾਲ ਵਰਤੋਂ ਉਹ ਜ਼ਿਆਦਾ ਵੱਧ ਗਈ ਹੈ। ਮੇਰੇ ਹਿਸਾਬ ਦੇ ਨਾਲ ਜੇਕਰ ਸਾਨੂੰ ਇਹ ਹੱਕ ਮਿਲਿਆ ਹੈ, ਜੇ ਕਾਨੂੰਨ ਸਾਡੇ ਹੱਕ ਦੇ ਵਿੱਚ ਖੜ ਰਿਹਾ ਹੈ, ਤਾਂ ਅਸੀਂ ਇਹਦੀ ਸਹੀ ਵਰਤੋਂ ਕਰੀਏ ਤਾਂ ਜ਼ਿਆਦਾ ਵਧੀਆ ਹੈ। ਇਹ ਜੇ ਅਸੀਂ ਸਹੀ ਵਰਤੋਂ ਨਹੀਂ ਕਰਦੇ ਤੇ ਜਿਨ੍ਹਾਂ ਨੂੰ ਅਸਲ 'ਚ ਇਨਸਾਫ ਦੀ ਲੋੜ ਹੁੰਦੀ ਹੈ, ਸਾਡੇ ਕਰਕੇ ਉਹ ਵੀ ਪਿੱਛੇ ਪੈ ਜਾਂਦੇ ਆ। ਪਿਛਲੇ ਦਿਨੀ ਨਾ ਇੱਕ ਰਾਜਸਥਾਨ ਦੀ ਕੁੜੀ ਹੈ ਜਿਹੜੀ, ਉਹਦਾ ਵਿਆਹ ਹੋ ਗਿਆ ਗੜਸ਼ੰਕਰ ਵੱਲ ਦੇ ਇੱਕ ਮੁੰਡੇ ਦੇ ਨਾਲ। ਉਹਨਾਂ ਨੇ ਜਿਹੜਾ ਉਹ ਅੱਜ ਕੱਲ ਇੰਟਰਨੈਟ ਦੇ ਉੱਤੇ ਵਿਆਹ ਵਿਊ ਦਾ ਪ੍ਰਬੰਧ ਕਰ ਲੈਂਦੇ ਆ, ਤੂੰ ਆਪਣੀ ਪ੍ਰੋਫਾਈਲ ਬਣਾ ਲਈ, ਇਹਨੇ ਆਪਦੀ ਬਣਾ ਲਈ, ਤੇ ਬਾਅਦ ਦੇ ਵਿੱਚ ਫੈਵੀਕੋਲ ਕਾ ਐਸਾ ਜੋੜ ਲਗਾ ਤੇ ਅੱਛੇ ਸੇ ਅੱਛਾ ਨਾ ਟੂਟ ਪਾਏ। ਇਹ ਤਾਂ ਕਹਿਣ ਦੀਆਂ ਗੱਲਾਂ, ਪਰ ਉਹ ਟੁੱਟਦਾ ਬਹੁਤ ਛੇਤੀ ਆ। ਲਓ ਜੀ, ਉਹ ਜਿਹੜੀ ਕੁੜੀ ਆ ਨਾ, ਉਹ ਤੀਜੇ ਦਿਨ ਵਾਪਸ ਗਈ ਆਪਦੇ ਪੇਕੀ। ਚਲੋ ਜਾਣਾ ਵੀ ਚਾਹੀਦਾ, ਪਰ ਉਹਨੇ ਫੋਨ ਚੱਕਣਾ ਬੰਦ ਕਰਤਾ। ਅੱਛਾ ਜੀ। ਜਿਹੜੇ ਲੈਣ ਆਏ ਸੀ ਪੇਕਾ ਪਰਿਵਾਰ ਦੇ, ਉਹਨਾਂ ਨੇ ਵੀ ਫੋਨ ਚੱਕਣਾ ਬੰਦ ਕਰਤਾ। 2 ਘੰਟੇ ਬਾਅਦ ਫੇਰ ਕੀਤਾ, ਫੇਰ ਨਹੀਂ ਕਿਸੇ ਨੇ ਚੱਕਿਆ। 5 ਘੰਟੇ ਬਾਅਦ ਫੇਰ ਕੀਤਾ, ਫੇਰ ਨਹੀਂ ਕਿਸੇ ਨੇ ਚੱਕਿਆ। ਉਹਨਾਂ ਦਾ ਮੱਥਾ ਠਣਕਿਆ ਸਹੁਰਿਆਂ ਦਾ। ਉਹਨਾਂ ਨੇ ਸਾਰੇ ਘਰ ਨੂੰ ਫਰੋਲਿਆ, ਅਲਮਾਰੀਆਂ ਫਰੋਲੀਆਂ, ਜਿੱਥੇ ਸਮਾਨ ਰੱਖਿਆ ਸੀ ਉਹ ਫਰੋਲਿਆ। 5 ਲੱਖ ਰੁਪਈਆ ਲੈ ਗਈ ਘਰ ਦੇ ਵਿੱਚੋਂ। ਜਿੰਨਾ ਗਹਿਣਾ ਗੱਟਾ ਸੀਗਾ ਵਿਆਹ ਦਾ ਉਹ ਸਾਰਾ ਚੱਕ ਕੇ ਲੈ ਗਈ। ਕਈ ਕੀਮਤੀ ਸੂਟ ਚੱਕ ਕੇ ਲੈ ਗਈ। ਤੇ ਮੈਂ ਕਿਹਾ ਲਓ, ਇਹਦੇ ਬਾਬਤ ਵੀ ਗਾਉਂਦੇ ਹੋਣਗੇ, ਜਿਹੜੇ ਘਰ ਜਾਊਗੀ ਭਾਗ ਲੱਗ ਜਾਣਗੇ। ਬਿਲਕੁਲ ਸਹੀ ਗੱਲ ਹੈ। ਤੁਸੀਂ ਇਹ ਵੇਖੋ ਵੀ ਕਿੰਨੇ ਮਾਮਲੇ ਹਰ ਰੋਜ਼ ਆਪਾਂ ਬਾਹਰ ਜਾਣ ਦੀ ਵੀ ਗੱਲ ਕਰ ਲਈਏ ਵੀ ਕਹਿੰਦੇ ਵੀ ਖਰਚਾ ਸਾਰਾ ਸਹੁਰੇ ਪਰਿਵਾਰ ਨੇ ਕੀਤਾ, ਕੁੜੀ ਨੇ ਵਾਅਦਾ ਕੀਤਾ ਸੀ ਬਾਹਰ ਜਾ ਕੇ ਮੁੰਡੇ ਨੂੰ ਸੱਦ ਲਊਂਗੀ। ਇਦਾਂ ਦੇ ਕੇਸਿਸ ਕਿੰਨੇ ਜ਼ਿਆਦਾ ਵੱਧ ਗਏ ਵੀ ਕੁੜੀ ਉੱਥੇ ਜਾ ਕੇ ਜਾਂ ਤਾਂ ਮੁੱਕਰ ਜਾਂਦੀਆਂ, ਫੋਨ ਨਹੀਂ ਚੱਕਦੀਆਂ, ਕਹਿੰਦੀ ਕਰ ਲਓ ਜੋ ਕਰਨਾ ਜੀ, ਮੈਂ ਤਾਂ ਨਹੀਂ ਸੱਦਦੀ ਇਹਨੂੰ। ਕਹਿਣ ਦਾ ਭਾਵ ਇਹ ਹੈ ਵੀ ਸਾਨੂੰ ਇਹ ਧਾਰਨਾ ਨਹੀਂ ਬਣਾਉਣੀ ਚਾਹੀਦੀ ਵੀ ਹਰ ਵਾਰ ਮੁੰਡੇ ਵਾਲੇ ਗਲਤ ਹੁੰਦੇ ਆ ਜੀ, ਬਹੁਤ ਵਾਰ ਕੁੜੀ ਵੀ ਗਲਤ ਹੁੰਦੀ ਹੈ ਜਾਂ ਕੁੜੀ ਵਾਲੇ ਗਲਤ ਹੁੰਦੇ ਆ ਜੀ। ਕਹਿਣ ਦਾ ਭਾਵ ਤਾਂ ਇਹੀ ਹੈ ਵੀ ਜਦੋਂ ਬਣਦੀ ਨਹੀਂ
ਤਾਂ ਨਹੀਂ ਬਣਦੀ, ਭਾਵੇਂ ਕੋਈ ਵੀ ਗਲਤ ਹੋਵੇ। ਜੀ ਪਰ ਤੁਹਾਨੂੰ ਇੱਕ ਦੂਜੇ ਦੇ ਸਿਰ ਸਵਾਹ ਪਾਉਣ ਦਾ ਕੋਈ ਹੱਕ ਨਹੀਂਗਾ। ਬਿਲਕੁਲ ਸਹੀ। ਬਦਨਾਮੀ ਦੋਵਾਂ ਧਿਰਾਂ ਦੀ ਹੁੰਦੀ ਹੈ, ਇੱਕ ਧਿਰ ਦੀ ਨਹੀਂ। ਜੀ ਜੇ ਤੁਸੀਂ ਕਹੋ ਵੀ ਰੌਲਾ ਪਾਉਣੇ ਵੱਧ ਤੋਂ ਵੱਧ, ਤਾਂ ਜੀ। ਦੂਜੀ ਧਿਰ ਵੀ ਤਾਂ ਰੌਲਾ ਪਾਊਗੀ ਨਾ। ਜੀ, ਜੀ। ਇਸ ਕਰਕੇ ਭਾਈ ਇਹ ਕੰਮ ਗਲਤ ਹੈ। ਤੇ ਜਿਹੜੀਆਂ ਨੂੰਹਾਂ ਆਪਦੇ ਸੱਸ ਸਹੁਰੇ ਨੂੰ ਤੰਗ ਕਰਦੀਆਂ, ਜਾਂ ਜਿਨ੍ਹਾਂ ਨੂੰ ਪਿੱਛੋਂ ਸ਼ਾਇ ਆ ਵੀ ਭਾਈ ਚੱਕਦੇ ਕੋਈ ਨਹੀਂ, 2 ਰੋਟੀਆਂ ਆ ਜੀ ਜਦੋਂ ਮਰਜ਼ੀ ਆਪਾਂ ਤੈਨੂੰ ਖਵਾ ਲਾਂਗੇ, ਪਰ ਰੇਲ ਬਣਾ ਕੇ ਰੱਖ, ਤੂੰ ਪੜ੍ਹੀ ਲਿਖੀ ਆ। ਜੀ। ਉਹ ਪੜ੍ਹੀ ਲਿਖੀ ਦੇ ਚੱਕਰ ਦੇ ਵਿੱਚ ਕਈ ਵਾਰ ਵੱਡਾ ਨੁਕਸਾਨ ਹੋ ਜਾਂਦਾ। ਬਿਲਕੁਲ ਸਹੀ। ਨਾ ਹਰ ਘਰ ਦੇ ਵਿੱਚ ਨੂੰ ਸਹੀ ਹੁੰਦੀ ਹੈ ਤੇ ਨਾ ਹੀ ਹਰ ਘਰ ਦੇ ਵਿੱਚ ਜਿਹੜੇ ਸਹੁਰੇ ਨੇ ਉਹ ਚੰਗੇ ਹੁੰਦੇ ਨੇ। ਇਹ ਤਾੜੀ ਹਮੇਸ਼ਾ 2 ਹੱਥਾਂ ਨਾਲ ਵੱਜਦੀ ਹੈ। ਪਰ ਅਸੀਂ ਜਦੋਂ ਆਪਣੇ ਮਨ 'ਚ ਧਾਰਨਾ ਬਣਾ ਲੈਂਦੇ ਆ ਨਾ ਵੀ ਹਾਏ ਵਿਚਾਰੀ ਇਹਦੇ ਨਾਲ ਹੀ ਧੱਕਾ ਹੋਇਆ ਹੋਣਾ ਹੈ, ਇਹ ਵਿਚਾਰੀ ਦੇ ਚੱਕਰ ਦੇ ਵਿੱਚ ਅਸੀਂ ਕਈ ਵਾਰ ਕਈਆਂ ਦਾ ਗੁੱਗਾ ਪੂਛ ਦਿੰਦੇ ਆ। ਇਹ ਨਹੀਂ ਹੋਣਾ ਚਾਹੀਦਾ। ਅਸੀਂ ਜੋ ਤਰਕ ਹੈ ਉਹਨੂੰ ਪਹਿਲਾਂ ਸੁਣੀਏ, ਜੋ ਸੱਚ ਹੈ ਉਹਦੇ ਨਾਲ ਖੜੀਏ, ਬਾਅਦ ਵਿੱਚ ਕਿਸੇ ਦੇ ਬਾਰੇ 'ਚ ਵੀ ਕੋਈ ਧਾਰਨਾ ਬਣਾਈਏ। ਮੁੰਡੇ ਵੀ ਗਲਤ ਹੁੰਦੇ ਆ, ਇਹ ਗੱਲ ਸੱਚੀ ਆ, ਪਰ ਹਰ ਥਾਂ ਦੇ ਉੱਤੇ ਮੁੰਡੇ ਗਲਤ ਹੁੰਦੇ, ਇਹ ਵੀ ਗੱਲ ਗਲਤ ਆ। ਬਿਲਕੁਲ ਸਹੀ। ਸੋਚੋ, ਸਾਡੇ ਮੁਲਕ ਦੇ ਵਿੱਚ ਟਾਣਾ ਸਾਹਿਬ ਇਹੋ ਜਿਹੀਆਂ ਤਕਨੀਕੀ ਗਲਤੀਆਂ ਹੁੰਦੀਆਂ ਨੇ ਕਿ ਬੰਦਾ ਸੋਚਦਾ ਰਹਿ ਜਾਂਦਾ ਵੀ ਕੋਈ ਪਤਾ ਨਹੀਂ ਵੀ ਤੁਹਾਡੇ ਨਾਂ ਦੇ ਉੱਪਰ ਕਿੰਨੇ ਕਰੋੜਾਂ ਦਾ ਲੋਨ ਚੱਲ ਰਿਹਾ ਹੋਵੇ ਤੇ ਮੇਰੇ ਨਾਂ ਤੇ ਕਿੰਨੇ ਕਰੋੜਾਂ ਦਾ ਮੇਰਾ ਚੱਲ ਰਿਹਾ ਹੋਵੇ। ਡਿਜੀਟਲ ਭਾਰਤ ਇਦਾਂ ਹੀ ਚੱਲਦਾ ਜੀ। ਇਹ ਹੱਦ ਹੀ ਹੋ ਗਈ ਵੀ ਜਦ ਤੱਕ ਬੰਦਾ ਚੁੱਪਚਾਪ ਬੈਠਾ ਹੈ ਉਹ ਕਹਿੰਦਾ ਵੀ ਸਾਰਾ ਕੁਝ ਸਹੀ ਚੱਲ ਰਿਹਾ, ਪਰ ਇੱਕ ਵਾਰ ਬੈਂਕ ਜਾ ਕੇ ਵੇਖੋ, ਕੋਈ ਪਤਾ ਨਹੀਂ ਤੁਹਾਡੇ ਨਾਂ ਤੇ ਕਿਹੜਾ ਖਾਤਾ ਚੱਲ ਰਿਹਾ ਹੋਏ, ਕਿਹੜਾ ਲੋਨ ਚੱਲ ਰਿਹਾ ਹੋਏ, ਕਿਹੜਾ ਕਰਜ਼ਾ ਤੁਸੀਂ ਲਿਆ ਹੋਏ, ਕੋਈ ਪਤਾ ਨਹੀਂ ਚੱਲਦਾ। ਇਦਾਂ ਦੀ ਖਬਰ ਝਾਰਖੰਡ ਤੋਂ ਸਾਹਮਣੇ ਆਈ ਹੈ। ਅੱਛਾ। ਉੱਥੇ ਇੱਕ ਬੰਦਾ ਜਿਹੜਾ ਵਿਚਾਰਾ ਚਾਹ ਦਾ ਖੋਖਾ ਚਲਾਉਂਦਾ ਹੈ। ਨੇ ਚਾਹ ਦੇ ਖੋਖੇ ਚਲਾਉਣ ਵਾਲਿਆਂ ਦੇ ਉੱਤੇ ਤਾਂ ਮੈਨੂੰ ਬਹੁਤ ਹਮਦਰਦੀ ਵੀ ਹੈ ਤੇ ਉਹ ਸਾਡੇ ਭੈਣ ਭਰਾ ਵੀ ਆ, ਪਰ ਚਾਹ ਵੇਚਣ ਵਾਲੇ ਵੀ ਕਈ ਵਾਰ ਬਹੁਤ ਗਲਤ ਕੰਮ ਕਰ ਜਾਂਦੇ ਆ, ਤੇ ਉਹਦੇ ਬਾਰੇ ਮੈਂ ਹੁਣ ਕੀ ਕਵਾਂ। ਕਈਆਂ ਦੇ ਚਾਹ ਵੇਚਣ ਦੇ ਸਬੂਤ ਵੀ ਨਹੀਂ ਲੱਭਦੇ। ਹਾਂ ਜੀ। ਪਰ ਗੱਲ ਇਹ ਹੈ ਕਿ ਜਿਹੜਾ ਝਾਰਖੰਡ ਦੇ ਵਿੱਚ ਚਾਹ ਦਾ ਖੋਖਾ ਚਲਾਉਣ ਵਾਲਾ ਬੰਦਾ, ਇਹਦੇ ਸਬੂਤ ਵੀ ਹੈਗੇ ਨੇ ਵੀ ਵਾਕਈ ਚਾਹ ਦਾ ਖੋਖਾ ਚਲਾਉਂਦਾ ਹੈ। ਤੇ ਕਿਉਂਕਿ ਤਾਲਾਬੰਦੀ ਹੋ ਗਈ, ਉਸ ਦੇ ਕਰਕੇ ਇਹਦੇ ਘਰ ਦਾ ਜਿਹੜਾ ਖਰਚਾ ਥੋੜਾ ਔਖਾ ਹੋ ਗਿਆ, ਤੇ ਇਹਨੇ ਸੋਚਿਆ ਵੀ ਕਿਉਂ ਨਾ ਮੈਂ ਕਰਜ਼ਾ ਲੈ ਲਵਾਂ ਬੈਂਕ ਤੋਂ ਜਾ ਕੇ। ਜੋ ਤੁਸੀਂ ਬੈਂਕ ਦੇ ਵਿੱਚ ਕਰਜ਼ਾ ਲੈਣ ਜਾਂਦੇ ਹੋ ਤਾਂ ਬੈਂਕ ਤੁਹਾਡਾ ਸਾਰਾ ਜਿਹੜਾ ਰਿਕਾਰਡ ਆ ਉਹ ਚੈੱਕ ਕਰਦੀ ਆ ਵੀ ਪਹਿਲਾਂ ਕੋਈ ਕਰਜ਼ਾ ਤਾਂ ਨਹੀਂ ਲਿਆ ਹੋਇਆ ਨਾ ਤੇ, ਜਾਂ ਪਹਿਲਾਂ ਜੇ ਲਿਆ ਸੀ ਤਾਂ ਸਮੇਂ ਤੇ ਮੋੜਿਆ ਜਾਂ ਨਹੀਂ ਮੋੜਿਆ। ਸੋ ਇਹ ਜਦੋਂ ਬੰਦਾ ਉੱਥੇ ਗਿਆ ਤੇ ਉਹਨਾਂ ਨੇ ਇਹਦਾ ਵੀ ਚੈੱਕ ਕੀਤਾ। ਉਹਦੇ 'ਚ ਇਹ ਜਾ ਕੇ ਪਤਾ ਲੱਗਿਆ ਕਿ ਜਿਹੜਾ ਇਹ ਬੰਦਾ ਹੈ ਇਹਦੇ ਨਾਂ ਤੇ ਅੱਗੇ ਹੀ 50 ਕਰੋੜ ਦਾ ਕਰਜ਼ਾ ਚੱਲਦਾ ਪਿਆ। 50 ਕਰੋੜ ਦਾ ਪਹਿਲਾਂ ਹੀ ਕਰਜ਼ਾ ਲਿਆ ਹੋਇਆ। ਜੀ। ਜੇ ਮੇਰੇ ਵਰਗਾ ਹੁੰਦਾ ਜੁੱਤੀ ਲਾ ਲੈਂਦਾ, ਮੈਨੇਜਰ ਦੇ ਸਿਰ 'ਚ ਮਾਰਦਾ ਸੌ। ਕਿਉਂ? ਵੀ ਮੈਂ ਅਸਾਮ ਦੇ ਵਿੱਚ ਚਾਹ ਦੇ ਬਾਗ ਖਰੀਦ ਲਏ, ਰੋਟੀ ਸਾਡੇ ਪੱਕਦੀ ਨਹੀਂ, ਕਿ ਤੁਸੀਂ ਕਹਿੰਦੇ ਵੀ 50 ਕਰੋੜ ਰੁਪਇਆ ਲੈ ਗਿਆ। ਜੀ। ਉੱਤੋਂ ਬੈਂਕ ਵਾਲੇ ਕਹਿੰਦੇ ਪਹਿਲਾਂ ਉਹ 50 ਕਰੋੜ ਮੋੜੋ, ਫਿਰ 50,000 ਹੋਰ ਦੇਾਂਗੇ। ਅੱਛਾ, ਪਹਿਲਾਂ ਮੋੜੋ ਫਿਰ ਹੋਰ ਦੇਾਂਗੇ। ਅਗਲਾ ਕਹਿੰਦਾ ਮੈਂ ਮੋੜਨਾ ਹੀ ਨਹੀਂ, ਫਿਰ ਠੀਕ ਆ, ਮੈਂ ਨਵਾਂ ਲੈਣਾ ਹੀ ਨਹੀਂ। ਬਿਲਕੁਲ। ਤੁਸੀਂ ਵੇਖੋ ਵਿਚਾਰਾ ਕਹਿੰਦਾ ਮੈਂ ਮਜ਼ਦੂਰੀ ਕਰਦਾ, ਮੈਂ ਕਿੱਥੋਂ ਇੰਨਾ ਪੈਸਾ ਮੋੜ ਦੂੰ। ਪਹਿਲੀ ਗੱਲ ਤਾਂ ਮੈਂ ਲਿਆ ਹੀ ਨਹੀਂ ਤਾਂ ਮੈਂ ਮੋੜਾਂ ਵੀ ਕਿਉਂ। ਇਹ ਜਿਹੜੀਆਂ ਬੈਂਕਾਂ ਨਾ, ਇਹੀ ਬੰਦੇ ਨੂੰ ਵਿਜੇ ਮਾਲਿਆ ਬਣਾਉਂਦੀਆਂ। ਮੈਨੂੰ ਹੁਣ ਪਤਾ ਲੱਗਾ। ਬਿਲਕੁਲ। ਇਹੀ ਨੀਰਵ ਮੋਦੀ ਬਣਾਉਂਦੀਆਂ ਨੇ, ਇਹ ਬਣਾ ਦਿੰਦੀਆਂ। ਕਿਉਂਕਿ ਮੈਨੂੰ ਹੈਰਾਨੀ ਹੁੰਦੀ ਇਸ ਗੱਲ ਦੀ ਵੀ ਚਲੋ ਤੂੰ 5000 ਰੁਪਇਆ ਪਹਿਲਾਂ ਲੈ ਕੇ ਗਿਆ, ਤਕਨੀਕੀ ਗਲਤੀ ਆ ਵੀ ਹੋ ਗਈ। ਤੁਸੀਂ ਗਲਤੀ ਦੇ ਨਾਲ ਕਿਸੇ ਦੇ ਖਾਤੇ ਦੇ ਵਿੱਚ 5 ਲੱਖ ਰੁਪਇਆ ਪਾ ਕੇ ਕਹੋ ਵੀ ਬਸ ਗੱਲ ਖਤਮ, ਇਹ ਤਾਂ ਕਦੇ ਹੋਇਆ ਨਹੀਂ। ਪਰ ਕਦੇ 5 ਲੱਖ ਕਦੇ 50 ਕਰੋੜ ਰੁਪਇਆ ਬੰਦੇ ਦੇ ਵੱਲ ਕੱਢ ਦਿੰਦੇ ਆ, ਦੁਰ ਫਿਟੇ ਹੋ। ਬਿਲਕੁਲ ਸਹੀ। ਤੁਸੀਂ ਵੇਖੋ ਹੱਦ ਹੀ ਹੋ ਗਈ ਵੀ ਆ ਤਕਨੀਕੀ ਗਲਤੀਆਂ ਸਾਡੇ ਮੁਲਕ ਜੋਗੀਆਂ ਹੀ ਨੇ। ਕਦੀ ਕਿਸੇ ਗਰੀਬ ਦੇ ਕਹਿ ਲੋ ਝੁੱਗੀ ਝੋਪੜੀ ਦੇ ਵਿੱਚ ਇੱਕ ਬਲਬ ਸਿਰਫ ਜਗ ਰਿਹਾ ਹੁੰਦਾ ਤੇ ਉਹਦਾ ਬਿੱਲ ਜਿਹੜਾ ਹੈ ਨਾ ਉਹ ਲੱਖਾਂ ਦੇ ਵਿੱਚ ਆ ਜਾਂਦਾ ਬਿਜਲੀ ਦਾ। ਸਾਡਾ ਇੱਕ ਜਾਣਕਾਰ ਜੀ, ਉਹਦੇ ਘਰੇ ਆਏ ਮੀਟਰ ਚੈੱਕ ਕਰਨ ਵਾਲੇ। ਅੱਛਾ ਜੀ। ਹੁਣ ਅੱਜ ਕੱਲ ਮੀਟਰ ਬਾਹਰ ਲਾ ਗਏ ਖੰਭਿਆਂ ਤੇ, ਉਹ ਕਈ ਥਾਵਾਂ ਦੇ ਉੱਤੇ ਤਾਂ ਇਹ ਵੀ 15-15 ਮੀਟਰ ਇੱਕੋ ਥਾਂ ਦੇ ਉੱਤੇ ਲਾ ਜਾਂਦੇ ਆ, ਉਹ ਡੱਬਾ ਜਿਹਾ ਬਣਾ ਕੇ। ਉਹਦਾ ਮੀਟਰ ਨਾ ਟੁੱਟਿਆ ਪਿਆ। ਅੱਛਾ ਜੀ। ਉਹ ਆਹੇ ਕਹਿੰਦੇ ਵੀ ਤੁਹਾਡਾ ਮੀਟਰ ਟੁੱਟਿਆ, ਇੰਨੇ ਪੈਸੇ ਲੱਗਣਗੇ। ਉਹ ਕਹਿੰਦਾ ਵੀ ਮੇਰਾ ਕੀ ਕਸੂਰ ਆ। ਉਹ ਕਹਿੰਦੇ ਨਾ, ਜੇਕਰ ਤੁਹਾਡਾ ਮੀਟਰ ਆ ਤੁਸੀਂ ਤੋੜਿਆ ਕਿਉਂ। ਉਹ ਕਹਿੰਦਾ ਰਾਤ ਨੂੰ ਮੈਂ 12:30 ਵਜੇ ਆਉਣਾ, ਬੜੀ ਮਹਾਨ ਚੀਜ਼ ਆ ਵੀ ਮੈਂ ਇਹਦੇ ਤੇ ਇੱਟ ਮਾਰਦਾ ਆ ਕੇ, ਹਨਾ ਠਕ 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 ਤੋੜ ਕੇ ਦੇਖਦੇ ਆ, ਕਿਉਂਕਿ ਕਦੇ ਟੁੱਟਣੀ ਥੋੜੀ ਆ ਇਹ। ਮੈਂ ਨਿਆਣਾ ਨਾ ਆ ਕੇ ਛੇੜਖਾਨੀ ਕਰੂੰਗਾ 12:30 ਵਜੇ ਬੈਟਰੀ ਜਗਾ ਕੇ। ਹੱਦ ਹੀ ਹੋ ਗਈ। ਬਾਹਰ ਤੁਸੀਂ ਪੱਟ ਕੇ ਲਾਇਆ, ਚੈੱਕ ਉਹਨੂੰ ਤੁਸੀਂ ਕਰਨ ਆਉਂਦੇ ਹੋ ਰੋਜ਼, ਤਾਂ ਤੋੜਿਆ ਤੁਸੀਂ ਮਤਲਬ ਕਿਸੇ ਹੋਰ ਨੇ, ਹਨਾ। ਹੱਦ ਹੀ ਹੋ ਗਈ। ਇਹ ਪਤਾ ਨਹੀਂ ਕੀ ਬਣਨਾ ਟਾਣਾ ਸਾਹਿਬ। ਹੁਣ ਉਹ ਵਿਚਾਰਾ ਚਾਹ ਵਾਲਾ ਵੀ ਸੋਚਦਾ ਪਿਆ ਵੀ ਪਹਿਲੀ ਗੱਲ ਤਾਂ ਮੈਂ 50,000 ਲੈਣ ਬਾਰੇ ਹੀ ਕਿਉਂ ਸੋਚਿਆ, ਤੇ ਜੇ ਲੈਣ ਬਾਰੇ ਸੋਚਿਆ ਤੇ ਉਤੋਂ ਆਹ ਵੱਡੀ ਗੱਲ ਉਹਨਾਂ ਨੇ ਮੋਹਰੇ ਰੱਖ ਦਿੱਤੀ ਹੈ। ਸੋਚੋ ਕੀ ਬਣੂਗਾ ਦੁਨੀਆ ਦਾ। ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਅਸੀਂ ਕਹਿੰਦੇ ਆ ਵੀ ਕਮਾਲ ਕਰੀ ਪਈ ਆ ਸਾਡੇ ਦੇਸ਼ ਨੇ। ਸਾਡੇ ਦੇਸ਼ ਦੇ ਵਿੱਚ ਤਾਂ ਨਾ ਬਸ ਉਹ ਡਿਜੀਟਲ ਕਰੰਸੀ ਚੱਲਣੀ ਆ ਹੁਣ ਜੇਬ ਦੇ ਵਿੱਚ ਨੋਟਾਂ ਦਾ ਕੰਮ ਨਹੀਂ ਰਹਿ ਗਿਆ। ਹੁਣ ਤਾਂ ਨਾ ਬਸ ਸਿਰੇ ਲੱਗ ਗਿਆ। ਮੇਰੀ ਗੱਲ ਮੰਨੋ, ਅੱਜ ਬੈਂਕ ਜਾ ਕੇ ਪਤਾ ਕਰ ਲਿਓ, ਕੋਈ ਪਤਾ ਨਹੀਂ ਤੁਹਾਡੇ ਨਾਂ ਤੇ ਕਰਜ਼ਾ ਮੇਰੇ ਸਿਰ ਤੇ ਹੋਵੇ ਇਦਾਂ ਵੀ ਮੈਂ 100 ਕਰੋੜ ਰੁਪਇਆ ਲਿਆ ਹੋਇਆ। ਮੈਂ ਤਾਂ ਆਪ ਜਾ ਕੇ ਵੇਖਣਾ ਹੈ, ਪਤਾ ਨਹੀਂ ਕੀ ਹੋਣਾ ਹੈ, ਕੀ ਕਹਿ ਦੇਣਾ ਬੈਂਕ ਵਾਲਿਆਂ ਨੇ ਮੋਹਰੋਂ ਦੀ। ਸਾਰੇ ਜਾ ਕੇ ਜ਼ਰੂਰ ਦੇਖੋ ਤੇ ਜਾ ਕੇ ਜਾਂਚ ਪੜਤਾਲ ਕਰੋ, ਕੋਈ ਪਤਾ ਨਹੀਂ ਵੇਲੇ ਦਾ ਕਦੋਂ ਕੀ ਵਾਪਸ ਹੈ। ਵਾਹ, ਬਹੁਤ ਖੂਬ। ਤੇ ਆਪਾਂ ਫਿਲਹਾਲ ਚੱਲੀਏ ਜੀ। ਸਾਡੇ ਜਾਣ ਦਾ ਹੋ ਗਿਆ ਵੇਲਾ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਇਓ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਮਨ ਥਿੰਦ ਤੇ ਅੱਜ ਤੁਹਾਡੇ ਸਾਰਿਆਂ ਦੇ ਨਾਲ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰਨ ਲਈ ਆਈ ਹਾਂ। ਆਪਣੇ ਪਰਿਵਾਰ ਦੇ ਜੀ 10 ਲੱਖ ਹੋ ਗਏ ਨੇ, ਯਾਨੀ ਕਿ ਪ੍ਰਾਈਮ ਏਸ਼ੀਆ ਟੀਵੀ ਦੇ ਸਬਸਕ੍ਰਾਈਬਰਸ 1 ਮਿਲੀਅਨ ਹੋ ਗਏ ਨੇ YouTube ਤੇ ਇਹਦੇ ਪਿੱਛੇ ਸਿਰਫ ਤੇ ਸਿਰਫ ਤੁਹਾਡਾ ਪਿਆਰ ਹੀ ਇੱਕ ਕਾਰਨ ਹੈ। ਤੁਸੀਂ ਪ੍ਰਾਈਮ ਏਸ਼ੀਆ ਟੀਵੀ ਨੂੰ ਬਹੁਤ ਪਿਆਰ ਦਿੱਤਾ, ਬਹੁਤ ਸਤਿਕਾਰ ਦਿੱਤਾ ਤੇ ਅਸੀਂ ਵੀ ਸਾਰਿਆਂ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਹੱਕ ਦੇ ਨਾਲ, ਸੱਚ ਦੇ ਨਾਲ ਖੜੀਏ ਤੇ ਤੁਸੀਂ ਵੀ ਸਾਨੂੰ ਕਦੇ ਡਿੱਗਣ ਨਹੀਂ ਦਿੱਤਾ, ਕਦੇ ਡੋਲਣ ਨਹੀਂ ਦਿੱਤਾ। ਇਹ ਸਫ਼ਰ ਹੋਰ ਬਹੁਤ ਲੰਮਾ ਹੋਏ, ਆਪਣਾ ਪਿਆਰ ਹੋਰ ਬਹੁਤ ਡੂੰਘਾ ਹੋਏ, ਇਸ ਚੀਜ਼ ਦੀ ਮੈਂ ਆਸ ਕਰਦੀ ਹਾਂ। ਸੋ ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।